देश दुनिया च वसदे पंजाबियों को जी आया। मैं हरजिंदर सिंह रंधावा, तुसीं देख रहे हो पंजाब टेलीविजन, और मेरे नाल ने मनप्रीत रंधावा। मनप्रीत जी, जी आया। बहुत बहुत धन्यवाद तुहाडा रंधावा जी। ਅੱਜ ਸਾਡਾ ਦੋਨਾਂ ਦਾ ਹੀ ਥੋੜਾ ਗਲਾ ਕੰਮ ਨਹੀਂ ਕਰਦਾ। ਜੇ ਕਿਧਰੇ ਕੋਈ ਡਿਸਟਰਬੈਂਸ ਹੋਈ ਤਾਂ ਪ੍ਰਵਾਨ ਕਰ ਲਿਓ, ਮਾਫੀ ਦੇ ਦਿਓ। ਲੇਕਿਨ ਗੱਲ ਮੈਂ ਸ਼ੁਰੂ ਕਰਾਂ ਮਨਪ੍ਰੀਤ ਜੀ, ਦਿੱਲੀ ਦੇ ਵਿੱਚ ਜੋ ਕੁਝ ਹੋਇਆ, ਜੋ ਨਜ਼ਰ ਆਇਆ, ਉਹ ਸਭ ਨੇ ਦੇਖ ਲਿਆ। ਕੈਪਟਨ ਅਮਰਿੰਦਰ ਸਿੰਘ ਨੇ ਜੋ ਆ ਕੇ ਕਿਹਾ ਤੇ ਜੋ ਉਹਨਾਂ ਦੀ ਬਾਡੀ ਲੈਂਗੁਏਜ ਸੀ, ਸਭ ਨੇ ਦੇਖਿਆ। ਲੇਕਿਨ ਪਰਦੇ ਪਿੱਛੇ ਕਾਫੀ ਕੁਝ ਐਸਾ ਹੈ ਜਿਹਦਾ ਅਸੀਂ ਜ਼ਿਕਰ ਕਰਾਂਗੇ। ਇਸ ਮੀਟਿੰਗ ਤੋਂ ਬਾਅਦ ਉਹਨਾਂ ਦੀ ਆਪਣੇ ਸਾਥੀਆਂ ਨਾਲ ਜਿਹੜੀ ਗੱਲਬਾਤ ਹੋਈ ਆ, ਜਿਹੜੇ ਉਹਨਾਂ ਦੇ ਘੇਰੇ 'ਚ ਵਿਚਰਨ ਵਾਲੇ ਲੋਕ ਆ, ਉਹਨਾਂ ਨਾਲ ਜਿਹੜਾ ਉਹਨਾਂ ਮਨ ਫਰੋਲਿਆ, ਉਹਦਾ ਵੀ ਜ਼ਿਕਰ ਕਰਾਂਗੇ ਕਿ ਅੰਦਰ ਕਿਸ ਤਰ੍ਹਾਂ ਦਾ ਮਾਹੌਲ ਰਿਹਾ। ਦੂਜਾ ਸਵਾਲ ਇਹ ਹੈ ਕਿ ਬੇਅਦਬੀ ਮਾਮਲੇ ਬਹੁਤ ਦੇਰ ਤੋਂ ਅਟਕੇ ਪਏ ਨੇ। ਪੰਜਾਬੀਆਂ ਲਈ ਇੱਕ ਐਸਾ ਦਰਦ ਹੈ ਔਰ ਇੱਕ ਐਸਾ ਮੁੱਦਾ ਹੈ ਜਿਹੜਾ ਨਾ ਮੁੱਕਦਾ ਹੈ, ਨਾ ਇਨਸਾਫ ਮਿਲਦਾ ਹੈ। ਇਸ ਮਾਮਲੇ 'ਚ ਕੁਝ ਵੱਡੇ ਪੁਲਿਸ ਅਧਿਕਾਰੀਆਂ ਦਾ ਨਾਰਕੋ ਟੈਸਟ ਹੋਣ ਦੀ ਗੱਲ ਹੋਈ ਆ, ਜਿਹਦੇ 'ਚ ਉਮਰਾ ਨੰਗਲ ਨੇ ਕੁਝ ਸ਼ਰਤਾਂ ਨਾਲ ਸਹਿਮਤੀ ਦਿੱਤੀ ਆ ਕਿ ਕਰਾ ਲਓ, ਲੇਕਿਨ ਸ਼ਰਤਾਂ ਵਾਹਵਾ ਟਫ ਨੇ। ਮੈਂ ਇਸ ਤੋਂ ਅੱਗੇ ਗੱਲ ਕਰੂੰਗਾ, ਕੁਝ ਅੰਦਰ ਦੀਆਂ ਗੱਲਾਂ ਇੱਥੇ ਵੀ ਤੁਹਾਡੇ ਕੋਲ ਪਈਆਂ ਨੇ, ਮੈਨੂੰ ਪਤਾ ਹੈ। ਲੇਕਿਨ ਤੀਜਾ ਸਵਾਲ ਕਿ ਬੀਜੇਪੀ ਥੋੜੀ ਸਖਤ ਹੋਈ ਆ। ਅਨਿਲ ਜੋਸ਼ੀ ਇਹਨਾਂ ਦੇ ਪੁਰਾਣੇ ਵੱਡੇ ਤੇਜ਼ ਤਰਾਰ ਆਗੂ ਨੇ, ਜਿਨ੍ਹਾਂ ਕੋਲ ਕਦੇ ਸਥਾਨਕ ਸਰਕਾਰਾਂ ਮੰਤਰਾਲਾ ਸੀ। ਸਥਾਨਕ ਸਰਕਾਰਾਂ ਮੰਤਰਾਲਾ ਉਹਨੂੰ ਦਿੱਤਾ ਜਾਂਦਾ ਜਿਹੜਾ ਬੜਾ ਅਹਿਮ ਵਿਅਕਤੀ ਹੁੰਦਾ। ਅਹਿਮ ਤੋਂ ਗੈਰ ਅਹਿਮ ਹੋਣ ਦਾ ਸਫ਼ਰ ਸ਼ੁਰੂ ਹੋ ਗਿਆ। ਇਹਦੇ ਤੇ ਗੱਲ ਕਰਾਂਗੇ ਕਿ ਭਾਜਪਾ ਬਰਦਾਸ਼ਤ ਕਰ ਸਕਦੀ ਹੈ ਜਾਂ ਇਹ ਅਫੋਰਡ ਕਰਦੀ ਹੈ ਕਿ ਬਹੁਤ ਸਾਰੇ ਚਿਹਰੇ ਉਹਨਾਂ ਦੇ ਪਾਸੇ ਹੋ ਜਾਣ। ਅਗਲੀ ਗੱਲ ਕਿ ਅਸੀਂ ਲੋਕ ਡਿਗਰੀਆਂ ਲੈਂਦੇ ਆ, ਪੜ੍ਹਾਈ ਕਰਦੇ ਆ, ਬਹੁਤ ਸਾਰਾ ਖਰਚਾ ਆਉਂਦਾ, ਮਾਂ-ਬਾਪ ਦਾ ਬਹੁਤ ਸਾਰਾ ਜ਼ੋਰ ਲੱਗਿਆ ਹੁੰਦਾ ਕਿ ਬੱਚਾ ਆਪਣਾ ਕੈਰੀਅਰ ਚੂਜ਼ ਕਰੇ, ਬਣਾਵੇ, ਅੱਗੇ ਵਧੇ। ਜਿਨ੍ਹਾਂ ਨੇ ਟੀਚਰ ਬਣਨ ਦਾ ਸੁਪਨਾ ਲਿਆ, ਹੁਣ ਉਹ ਡਾਂਗਾ ਖਾ ਰਹੇ ਨੇ। ਮੁਹਾਲੀ ਦੇ ਵਿੱਚ ਹੋਰ ਤਰੀਕੇ ਨਾਲ ਵੀ ਟ੍ਰੀਟ ਕੀਤਾ ਜਾ ਸਕਦਾ ਸੀ, ਲੇਕਿਨ ਇੰਜ ਨਹੀਂ ਸੀ ਹੋਣਾ ਚਾਹੀਦਾ। ਲੇਕਿਨ ਮਨਪ੍ਰੀਤ, ਮੈਂ ਵਾਪਸ ਘੁੰਮ ਕੇ ਆਉਣਾ ਹੈ, ਮਾਫੀ ਚਾਹੁੰਦਾ ਮਨਪ੍ਰੀਤ ਜੀ। ਸਵਾਲ ਸਿਰਫ ਇੰਨਾ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਬਾਹਰ ਆਉਂਦੇ ਆ, ਜੋ ਕਹਿੰਦੇ ਆ ਉਹ ਤਾਂ ਕਹਿੰਦੇ ਆ, ਲੇਕਿਨ ਜਿਹੜੀ ਗੱਲ ਉਹ ਬਾਅਦ 'ਚ ਕਹਿੰਦੇ ਉਹ ਬੜੀ ਅਹਿਮ ਆ ਕਿ ਮੈਂ ਹਾਈ ਕਮਾਂਡ ਨੂੰ ਕਿਹਾ ਕਿ ਤੁਸੀਂ ਜੋ ਕਰਨਾ ਚਾਹੁੰਦੇ ਹੋ ਤੁਸੀਂ ਕਰੋ, ਮੈਨੂੰ ਕੋਈ ਇਤਰਾਜ਼ ਨਹੀਂ। ਪੰਜਾਬ ਦੇ ਵਿੱਚ ਕਾਂਗਰਸ ਦੀ ਬਿਹਤਰੀ ਲਈ ਮੈਂ ਹਰ ਪੱਧਰ ਤੇ ਤੁਹਾਡਾ ਸਹਿਯੋਗ ਕਰਨ ਲਈ ਤਿਆਰ ਹਾਂ। ਇਹਦੇ 2-3 ਮਾਇਨੇ ਆ। ਮੈਂ ਪਹਿਲਾਂ ਤੁਹਾਨੂੰ ਪੁੱਛਦਾ, ਫਿਰ ਅੱਗੇ ਅਸੀਂ ਜਾ ਕੇ ਇਹਨੂੰ ਡਿਸਕਸ ਕਰਦੇ। ਰੰਧਾਵਾ ਜੀ ਦੇਖੋ, ਜਿਸ ਤਰ੍ਹਾਂ ਹੀ ਕੈਪਟਨ ਅਮਰਿੰਦਰ ਸਿੰਘ ਬਾਹਰ ਆਉਂਦੇ ਨੇ ਤੇ ਮੀਡੀਆ ਨਾਲ ਗੱਲਬਾਤ ਕਰਦੇ ਆ, ਜਿਸ ਤਰ੍ਹਾਂ ਉਹ ਚੱਲ ਕੇ ਆਉਂਦੇ ਆ, ਜਿਸ ਤਰ੍ਹਾਂ ਦਾ ਉਹਨਾਂ ਦਾ ਬਿਆਨ ਆਉਂਦਾ, ਜੋ ਉਹਨਾਂ ਦੀ ਬਾਡੀ ਲੈਂਗੁਏਜ ਆ, ਉਸ ਤੋਂ ਬੜਾ ਭਲੀ ਭਾਂਤੀ ਕੋਈ ਵੀ ਬੰਦਾ ਜਿਹੜਾ ਵਿਅਕਤੀ ਆ ਉਹ ਇਹ ਬੜੇ ਆਰਾਮ ਦੇ ਨਾਲ ਜੱਜ ਕਰ ਸਕਦਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਪਹਿਲਾਂ ਬਹੁਤ ਜ਼ਿਆਦਾ ਇੱਕ ਤਰ੍ਹਾਂ ਦਾ ਵਿਰੋਧਤਾ ਕੀਤੀ ਆ, ਅੰਦਰ ਖਾਤੇ ਬਾਹਰੋਂ ਜਾਂ ਹਰ ਪਾਸਿਓਂ ਘੇਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਜੋ ਉਹਨਾਂ ਨੂੰ ਮਨਜ਼ੂਰ ਆ ਜਾਂ ਜੋ ਉਹਨਾਂ ਨੂੰ ਪੁੱਗਦਾ ਹਾਈ ਕਮਾਂਡ ਜਾਂ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਸ ਤਰ੍ਹਾਂ ਦਾ ਫੈਸਲਾ ਦੇਵੇ। ਸ਼ਾਇਦ ਹੁਣ ਉਹਨਾਂ ਨੇ ਇਸ ਗੱਲ ਤੇ ਸਮਝੌਤਾ ਕਰ ਲਿਆ ਕਿ ਇਸ ਤਰ੍ਹਾਂ ਹੋਣਾ ਨਹੀਂ ਹੈ, ਕਿਉਂਕਿ ਕਾਂਗਰਸ ਨੂੰ ਪਤਾ ਹੈ ਕਿ ਉਹਨੂੰ ਪੰਜਾਬ ਦੀ ਸੱਤਾ ਚਾਹੀਦੀ ਹੈ। ਕਾਂਗਰਸ ਕੋਲੇ ਪੂਰੇ ਭਾਰਤ ਦੇ ਵਿੱਚ ਸੱਤਾ ਨਹੀਂ ਰਹੀ, ਸਿਰਫ 3 ਰਾਜਾਂ ਦੇ ਵਿੱਚ ਇਹਨਾਂ ਦੀ ਸਰਕਾਰ ਆ। ਤੇ ਜੇ ਸਨ 2024 ਦੀ ਗੱਲ ਕਰ ਲਈਏ, ਜਦੋਂ ਲੋਕ ਸਭਾ ਚੋਣਾਂ ਹੋਣੀਆਂ, ਤੇ ਉਹ ਤਾਂ ਹੀ ਆਊਗੀ ਜੇ ਕਿਤੇ ਇਹਨਾਂ ਦੀ ਸੱਤਾ ਹੋਊਗੀ, ਜੇ ਪਾਰਟੀਆਂ ਦੇ ਇਹਨਾਂ ਦੀ ਸਰਕਾਰਾਂ ਬਣਨਗੀਆਂ ਤੇ ਉੱਥੋਂ ਰੰਧਾਵਾ ਜੀ ਫੰਡ ਵੀ ਆਉਣਗੇ, ਕਿਉਂਕਿ ਜਿਹੜੀਆਂ ਚੋਣਾਂ ਤੁਹਾਨੂੰ ਪਤਾ ਕਿੰਨੀਆਂ ਮਹਿੰਗੀਆਂ ਹੋ ਚੁੱਕੀਆਂ। ਸੋ ਇਸ ਕਰਕੇ ਉਹ ਨਹੀਂ ਚਾਹਣਗੇ ਕਿ ਇਸ ਮੌਕੇ ਜਿੱਥੇ ਛੱਤੀਸਗੜ੍ਹ ਜਾਂ ਰਾਜਸਥਾਨ ਜਾਂ ਪੰਜਾਬ ਸਰਕਾਰ, ਪੰਜਾਬ ਦੇ ਵਿੱਚ ਸਰਕਾਰਾਂ ਨੇ ਇਹਨਾਂ 3 ਸੂਬਿਆਂ ਦੇ ਵਿੱਚ, ਇਹਨਾਂ ਚੋਂ ਕਿਸੇ ਸੂਬੇ ਦੇ ਵਿੱਚ 2024 ਤੋਂ ਪਹਿਲਾਂ ਉਹਨਾਂ ਦੀ ਸਰਕਾਰ ਜਾਵੇ। ਕਿਉਂਕਿ ਇਹਦਾ ਕਾਰਨ ਇੱਕ ਰੰਧਾਵਾ ਜੀ ਹੋਰ ਵੀ ਵੱਡਾ, ਕਿਉਂਕਿ ਇੱਥੇ ਸਰਕਾਰ ਦੁਬਾਰਾ ਬਣਨ ਦੇ ਕਾਂਗਰਸ ਦੇ ਚਾਂਸਸ ਆ, ਕਿਉਂਕਿ ਆਪਾਂ ਨੂੰ ਪਤਾ, ਆਪਾਂ ਪਹਿਲਾਂ ਕਈ ਵਾਰੀ ਡਿਸਕਸ ਕਰ ਚੁੱਕੇ ਆ ਕਿ ਬਾਕੀ ਕੋਈ ਪਾਰਟੀ ਦਾ ਜਿਹੜਾ ਉਭਾਰ ਆ ਜਾਂ ਉਹਨਾਂ ਦਾ ਜੋ ਸਮਰਥਨ ਸੀ ਉਹ ਨਹੀਂ ਮਿਲ ਰਿਹਾ। ਹੁਣ ਆ ਜਾਓ ਕੈਪਟਨ ਅਮਰਿੰਦਰ ਸਿੰਘ ਦੇ। ਸੋ ਇਸ ਕਰਕੇ ਉਹਨਾਂ ਨੇ ਇਹ ਗੱਲ ਕਹਿਤੀ ਕਿ ਮੈਨੂੰ ਜੋ ਹਾਈ ਕਮਾਂਡ ਕਹੇਗੀ, ਜੋ ਲੀਡਰਸ਼ਿਪ ਕਹੇਗੀ, ਉਹ ਮੈਨੂੰ ਮਨਜ਼ੂਰ ਆ। ਅੱਛਾ, ਇੱਕ ਚੀਜ਼ ਮੈਂ ਤੁਹਾਡੀ ਗੱਲ ਤੋਂ ਪਹਿਲਾਂ ਬੇਨਤੀ ਕਰ ਲਵਾਂ, ਤੁਹਾਨੂੰ ਇੰਜ ਲੱਗਦਾ ਕਿ ਕਾਂਗਰਸ ਦੁਬਾਰਾ ਆਏਗੀ, ਚੋਣ ਜਿੱਤ ਕੇ ਵਾਪਸੀ ਕਰੇਗੀ, ਲੇਕਿਨ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਦੇ ਵਿੱਚ ਅਜੇ ਇਹ ਹਾਲਾਤ ਬਣੇ ਨਹੀਂ, ਹਾਲਾਤ ਬਿਲਕੁਲ ਸਾਜ਼ਗਰ ਨਹੀਂ। ਤੁਹਾਨੂੰ ਇਸ ਗੱਲ ਨਾਲ ਸਹਿਮਤ ਹੋਣਾ, ਮੈਨੂੰ ਨਹੀਂ ਪਤਾ ਤੁਸੀਂ ਹੁੰਨੇ ਹੋ ਕਿ ਨਹੀਂ। ਜੇ ਨਵਜੋਤ ਸਿੰਘ ਸਿੱਧੂ ਕਿਸੇ ਵੱਡੀ ਜ਼ਿੰਮੇਵਾਰੀ 'ਚ ਅੱਗੇ ਆਉਂਦੇ ਆ, ਕਾਂਗਰਸ ਨੂੰ ਉਹਦਾ ਬੈਨੀਫਿਟ ਮਿਲਦਾ ਹੈ, ਕਿਉਂਕਿ ਹੁਣ ਤੱਕ ਇਹੀ ਇੱਕ ਬਾਗੀਅਨ ਸੋਰਾ ਜਿਹੜੀ ਪੰਜਾਬ ਦੇ ਹੱਕ 'ਚ ਖਲੋਂਦੀ ਦਿਸਦੀ ਆ।
ਵਰਕ ਕਰਨਾ ਅਜੇ ਭਵਿੱਖ ਦੀ ਕੁੱਖ ਚ ਕਿ ਕਿਹੋ ਜਿਹਾ ਉਹ ਵਰਕ ਕਰਦੇ ਆ, ਉਹਦੀ ਕਾਰਜਸ਼ੈਲੀ ਕੀ ਰਹਿੰਦੀ ਹੈ, ਉਹਨਾਂ ਨੂੰ ਮੌਕੇ ਮਿਲਦੇ ਤਾਂ ਕੀ ਕਰਦੇ। ਲੇਕਿਨ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਫੇਵਰ ਹੋ ਸਕਦੀ ਤੁਹਾਨੂੰ ਲੱਗਦਾ ਜੇ ਸਿੱਧੂ ਸਹਿਮਤੀ ਨਾਲ ਅੱਗੇ ਤੁਰ ਪੈਂਦੇ ਆ ਤੇ ਪੰਜਾਬ ਦੇ ਵਿੱਚ ਅਗਰੈਸਿਵ ਚੋਣ ਮੁਹਿੰਮ ਨਜ਼ਰ ਆਊਗੀ? ਤੁਹਾਨੂੰ ਲੱਗਦਾ ਕੈਪਟਨ ਅਮਰਿੰਦਰ ਦੇ ਬ੍ਰੇਨ 'ਚ ਇਹ ਗੱਲ ਹੋ ਸਕਦੀ ਹੈ? ਰੰਧਾਵਾ ਜੀ, ਜਿਹੜੀ ਤੁਹਾਡੀ ਮੁੱਢਲੀ ਗੱਲ ਆ ਉਹ ਬਹੁਤ 100% ਦੀ ਸੱਚਾਈ ਹੈ ਉਹਦੇ 'ਚ। ਜਦੋਂ ਆਪਾਂ ਪੰਜਾਬ ਦੇ ਲੋਕਾਂ ਨੂੰ ਮਿਲਦੇ ਆ, ਉਹਨਾਂ ਦੀਆਂ ਗੱਲਾਂ ਬਾਤਾਂ ਸੁਣਦੇ ਆ, ਦੇਖੋ ਇਹ ਗੱਲ, ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਪ੍ਰਧਾਨਗੀ 'ਚ, ਉਹਨਾਂ ਦੀ ਲੀਡਰਸ਼ਿਪ ਦੇ ਵਿੱਚ ਕਾਂਗਰਸ ਦਾ ਪੰਜਾਬ ਦੇ ਵਿੱਚ ਦੁਬਾਰਾ ਆਉਣਾ ਬਹੁਤ ਮੁਸ਼ਕਿਲ ਆ। ਇਸ ਗੱਲ ਦਾ ਮਿਨਿਸਟਰਾਂ ਨੂੰ, ਉਹਨਾਂ ਦੇ ਆਪਣੇ ਮੰਤਰੀਆਂ ਨੂੰ, ਕੈਬਨਿਟ ਮੰਤਰੀਆਂ ਨੂੰ, ਐਮਐਲਏ ਨੂੰ, ਸਾਰਿਆਂ ਨੂੰ ਪਤਾ ਲੱਗ ਚੁੱਕਾ, ਕਿਉਂਕਿ ਇਹਨਾਂ ਨੂੰ ਜਿਹੜੀ ਰਾਜਨੀਤੀ ਦੀ ਹਵਾ ਕਿਹੜੇ ਪਾਸੇ ਚੱਲ ਰਹੀ ਆ ਜਾਂ ਪੰਜਾਬ ਦੀ ਹਵਾ ਕਿਹੜੇ ਪਾਸੇ ਚੱਲ ਰਹੀ ਹੈ, ਸਭ ਤੋਂ ਪਹਿਲਾਂ ਇਹਨਾਂ ਨੂੰ ਪਤਾ ਹੁੰਦਾ। ਇਸੇ ਕਰਕੇ ਇਹਨਾਂ ਦੇ ਜਿਹੜੇ ਬਗਾਵਤੀ ਸੋਰਾ, ਚਾਹੇ ਉਹ ਸੁਖਜਿੰਦਰ ਸਿੰਘ ਰੰਧਾਵਾ, ਖਾਸ ਬੰਦਿਆਂ ਦੀ ਮੈਂ ਗੱਲ ਕਰ ਰਿਹਾ, ਚਾਹੇ ਸੁਖ ਸਰਕਾਰੀਆ ਹੋਣ ਜਾਂ ਬਾਕੀ ਤਮਾਮ ਉਹ ਲੀਡਰਸ ਹੋਣ, ਜਾਂ ਈਵਨ ਕਿ ਮੈਂ ਤੁਹਾਨੂੰ ਕਹੂੰਗਾ ਸੁਨੀਲ ਜਾਖੜ ਆ, ਜਿਨ੍ਹਾਂ ਦੇ ਪਹਿਲਾਂ ਕਿਸੇ ਟਾਈਮ ਇਹਨਾਂ ਦੇ ਨਾਲ ਕਈ ਤਰ੍ਹਾਂ ਦੇ ਡਿਫਰੈਂਸਿਸ ਸੀਗੇ, ਲੇਕਿਨ ਬਾਅਦ ਦੇ ਵਿੱਚ ਇਹਨਾਂ ਨੇ ਸੁਲਝਾ ਲਏ। ਉਹ ਇਸ ਕਰਕੇ ਉਭਰੇ ਆ, ਉਹਨਾਂ ਨੂੰ ਪਤਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਕਹਿ ਕੇ ਆਏ ਸੀ, ਜਿਨ੍ਹਾਂ ਦੀ ਪ੍ਰਧਾਨਗੀ ਦੇ ਵਿੱਚ ਸਰਕਾਰ ਬਣੀ ਆ, ਹੁਣ ਉਹ ਆਉਣੀ ਮੁਸ਼ਕਲ ਆ। ਇਸ ਕਰਕੇ ਇਹਨਾਂ ਨੂੰ ਬਦਲਣਾ ਜਾਂ ਇਸ ਤਰ੍ਹਾਂ ਦਾ ਨਵਾਂ ਕੰਬੀਨੇਸ਼ਨ ਲਿਆਉਣਾ ਬਹੁਤ ਜ਼ਰੂਰੀ ਆ। ਉਸ ਗੱਲ ਨਾਲ ਇਹ ਸਾਰੇ ਸਹਿਮਤ ਆ, ਔਰ ਸੀਨੀਅਰ ਲੀਡਰਸ਼ਿਪ ਨੂੰ ਬਿਲਕੁਲ ਇਸ ਬਾਰੇ ਪਤਾ ਹੈ। ਇਸੇ ਕਰਕੇ ਉਹ ਚਾਹੁੰਦੇ ਆ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਿਹੜੇ ਨਵਜੋਤ ਸਿੰਘ ਸਿੱਧੂ ਆ, ਉਹਨਾਂ ਨੂੰ ਨਾਲ ਰਲਾ ਕੇ, ਉਹਨਾਂ ਦਾ ਇੱਕ ਗਰੁੱਪ ਬਣਾ ਕੇ, ਚੰਗੇ ਲੀਡਰਸ਼ਿਪ ਦਾ ਇੱਕ ਜਿਹੜੀ ਕਾਂਗਰਸ ਆ ਉਹ ਇਕਜੁੱਟ ਹੋ ਕੇ ਲੜੇ, ਤਾਂ ਕਿ ਦੁਬਾਰਾ ਉਹ ਇਸ ਸੂਬੇ 'ਚ ਸਰਕਾਰ ਬਣਾ ਸਕੇ। ਮੈਂ ਇਹ ਗੱਲ ਕਹੀ ਹੈ, ਇਹ ਨਹੀਂ ਕਿਹਾ ਕਿ ਤੈਅ ਹੈ, ਚਾਂਸਿਸ ਬਹੁਤ ਆ। ਮੈਂ ਇਹ ਗੱਲ ਕਹੀ ਹੈ, ਚਾਂਸਿਸ ਬਹੁਤ ਆ। ਉਹ ਚਾਂਸਿਸ ਕਿੱਦਾਂ ਇਹਨਾਂ ਨੇ ਖਰਾਬ ਕਰਨੇ ਆ ਜਾਂ ਕਿੱਦਾਂ ਉਹਨਾਂ ਦਾ ਫਾਇਦਾ ਲੈਣਾ, ਉਹ ਕਾਂਗਰਸ ਤੇ ਜਿਹੜਾ ਉਹ ਡਿਪੈਂਡ ਕਰਦਾ। ਲੇਕਿਨ ਜੇ ਇਕਜੁੱਟ ਹੋ ਕੇ ਲੜਦੇ ਆ, ਤੇ ਅਕਾਲੀ ਦਲ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਚਾਹੇ ਭਾਰਤੀ ਜਨਤਾ ਪਾਰਟੀ ਹੋਵੇ, ਬਹੁਜਨ ਸਮਾਜ, ਜਿੰਨੀਆਂ ਤਮਾਮ ਪਾਰਟੀਆਂ ਨੇ, ਉਹਨਾਂ ਲਈ ਇਸ ਟਾਈਮ ਅੱਜ ਦੀ ਤਰੀਕ ਦੇ ਵਿੱਚ, ਹਾਲਾਂਕਿ 7-8 ਮਹੀਨੇ ਸੱਤਾ ਦੇ ਵਿੱਚ ਅਕਸਰ ਆਪਾਂ ਰੰਧਾਵਾ ਜੀ ਕਹਿੰਦੇ ਬਹੁਤ ਲੰਬਾ ਸਮਾਂ ਹੁੰਦਾ, ਬਹੁਤ ਇੰਨਾ ਲੰਮਾ ਸਮਾਂ ਹੁੰਦਾ ਕਿ ਬਹੁਤ ਕੁਝ ਬਦਲ ਜਾਂਦਾ। ਲੇਕਿਨ ਅੱਜ ਦੀ ਤਰੀਕ ਦੇ ਵਿੱਚ ਕਾਂਗਰਸ ਨੂੰ ਹਜੇ ਵੀ ਇੱਕ ਤਰ੍ਹਾਂ ਦੀ ਪਹਿਲ ਆ, ਜੇ ਉਹ ਇਕਜੁੱਟ ਹੋ ਕੇ ਨਵੀਂ ਲੀਡਰਸ਼ਿਪ ਜਾਂ ਇਕੱਠੇ ਹੋ ਕੇ ਲੜਦੇ ਨੇ। ਜੀ ਬੇਸਿਕਲੀ ਮਨਪ੍ਰੀਤ ਜੀ, ਜਦੋਂ ਇਹ ਕੱਲ ਮਾਹੌਲ ਬਣਦਾ ਹੈ ਸਾਰਾ ਮੀਡੀਆ 'ਚ, ਕੈਪਟਨ ਅਮਰਿੰਦਰ ਸਿੰਘ ਆਪਣੀ ਗੱਲ ਰੱਖਦੇ ਆ ਤੇ ਸਭ ਤੋਂ ਪਹਿਲਾ ਲਫ਼ਜ਼ ਸੀ, ਹਾਂਜੀ ਪੁੱਛੋ ਜੋ ਪੁੱਛਣਾ। ਇਹਦਾ ਮਤਲਬ ਉਹ ਮਨ ਬਣਾ ਕੇ ਗਏ ਸੀ ਕਿ ਇਹ ਜਿਹੜੀ ਧੂੜ ਹੈ ਇਹਨੂੰ ਥੋੜਾ ਜਿਹਾ ਬਿਠਾਉਣ ਦਾ ਫਾਇਦਾ ਹੈ। ਪਹਿਲੀ ਗੱਲ ਤਾਂ ਉਹਨਾਂ ਮੀਡੀਆ ਨਾਲ ਗੱਲ ਕੀਤੀ ਹੈ, ਅਮੂਮਨ ਇਹੋ ਜਿਹੇ ਮੌਕੇ ਤੇ ਮੀਡੀਆ ਨਾਲ ਗੱਲ ਕੀਤੀ ਨਹੀਂ ਜਾਂਦੀ। ਦੂਜਾ ਪਹਿਲੂ ਆ ਕਿ ਉਸ ਤੋਂ ਬਾਅਦ ਉਹ ਆਪਣੇ ਪੁਰਾਣੇ ਕੁਝ ਸਾਥੀ ਜਿਹੜੇ ਹੁਣ ਉਹਨਾਂ ਨਾਲ ਚੱਲਦੇ ਪਏ ਆ, ਉਹਨਾਂ ਨਾਲ ਵੀ ਸੀਗੇ, ਔਰ ਕੁਦਰਤੀ ਤੌਰ ਤੇ ਜਿਹੜੇ ਨਾਲ ਚੱਲਦੇ ਹੁਣ ਉਹਨਾਂ ਨਾਲ ਢਿੱਡ ਫਰੋੜ ਹੀ ਲਿਆ ਜਾਂਦਾ। ਤੇ ਉਹਨਾਂ ਦਾ ਇਹ ਲਹਿਜਾ ਕਿ ਮੈਂ ਹਾਈ ਕਮਾਂਡ ਨੂੰ ਮੁਕੰਮਲ ਸਹਿਮਤੀ ਦੇ ਆਇਆ, ਤੁਸੀਂ ਜੋ ਕਰਨਾ ਕਰੋ, ਇਹ ਲਫ਼ਜ਼ ਸੀਗੇ, ਤੁਸੀਂ ਜੋ ਕਰਨਾ ਕਰੋ, ਮੈਂ ਸਹਿਮਤ ਹਾਂ। ਇਹਦਾ ਮਤਲਬ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਾਂਗਰਸ ਹਾਈ ਕਮਾਂਡ ਵੱਲੋਂ ਭੂਮਿਕਾ ਤੈਅ ਕਰਨੀ ਇੱਕ ਔਖਾ ਟਾਸਕ ਆ, ਖਾਲਾ ਜੀ ਦਾ ਵਾੜਾ ਨਹੀਂਗਾ। ਕਿਉਂਕਿ ਜੇ ਸਿੱਧੂ ਪ੍ਰਧਾਨਗੀ ਚਾਹੁੰਦੇ ਆ ਜਾਂ ਉਹ ਉਹਨਾਂ ਨੂੰ ਕੰਪੇਨ ਕਮੇਟੀ ਦੇਣਾ ਚਾਹੁੰਦੇ ਚੇਅਰਮੈਨ ਵਜੋਂ, ਤਾਂ ਕੁੱਲ ਮਿਲਾ ਕੇ ਸਿੱਧੂ ਦੀ ਤਸੱਲੀ ਕਿਵੇਂ ਹੋਊਗੀ ਜਦੋਂ ਪੂਰਾ ਤਾਮਝਾਮ ਕੈਪਟਨ ਅਮਰਿੰਦਰ ਸਿੰਘ ਦੇ ਆਲੇ ਦੁਆਲੇ ਹੋਊਗਾ? ਕੀ ਦੋਨਾਂ ਦੀ ਸਹਿਮਤੀ ਬਣਾਏ ਬਿਨਾਂ ਅੱਗੇ ਤੁਰਿਆ ਜਾ ਸਕਦਾ? ਜੇ ਕੈਪਟਨ ਅਮਰਿੰਦਰ ਸਿੰਘ ਕੁਦਰਤੀ ਤੌਰ ਤੇ ਇਹ ਗੱਲ ਮੰਨ ਆਏ ਆ ਤੇ ਉਹਨਾਂ ਨੂੰ ਕੋਈ ਐਸੀ ਝਿਜਕ ਵੀ ਨਹੀਂ ਹੋਊਗੀ ਕਿ ਜੇ ਨਵਜੋਤ ਸਿੰਘ ਸਿੱਧੂ ਨਾਲ ਬੈਠ ਵੀ ਜਾਣ, ਜੇ ਸਿੱਧੂ ਪ੍ਰਧਾਨ ਬਣਨ ਤੋਂ ਬਾਅਦ ਸਿੱਧਾ ਆ ਕੇ ਕੈਪਟਨ ਅਮਰਿੰਦਰ ਸਿੰਘ ਦੇ ਗੋਡਿਆਂ ਨੂੰ ਹੱਥ ਲਾ ਕੇ ਕਹਿੰਦੇ ਆ, ਮੰਨ ਲਓ, ਜਾਂ ਕੋਈ ਵੀ ਅਹੁਦਾ ਲੈ ਕੇ ਆ ਕੇ ਕਹਿੰਦੇ ਆ ਕਿ ਅਸੀਂ ਤਾਂ ਪਿਓ ਪੁੱਤ ਆ, ਤੇ ਕੁਦਰਤੀ ਹੈ ਕੈਪਟਨ ਅਮਰਿੰਦਰ ਸਿੰਘ ਵੀ ਮੋਢੇ ਤੇ ਹੱਥ ਰੱਖ ਕੇ ਕਹਿਣਗੇ ਵੀ ਹਾਂ ਠੀਕ ਹੈ। ਸੋ ਐਸੀ ਸਥਿਤੀ ਦੇ ਵਿੱਚ ਜਦੋਂ ਅੱਗੇ ਵਧਣਾ ਹੈ ਤਾਂ ਪਹਿਲਾ ਟਾਸਕ ਹੋਊਗਾ ਕਿ ਵਜ਼ਾਰਤੀ ਰੱਦੋ ਬਦਲ। ਸੁਣਿਆ ਮਾਝੇ ਦੇ 2 ਮੰਤਰੀ ਜਿਹੜੇ ਪਾਸੇ ਨੂੰ ਗਏ ਸੀ, ਉਹਨਾਂ ਚੋਂ ਇੱਕ ਨੇ ਤਾਂ ਗੱਲ ਤੋਰ ਲਈ, ਦੂਜੇ ਜਿਹੜੇ ਅਸ਼ਵਨੀ ਸੇਖੜੀ, ਤੁਸੀਂ ਨਜ਼ਰ ਉੱਥੇ ਵੇਖੇ ਹੋਣਗੇ ਆਉਂਦੇ, ਔਰ ਅਗਰੈਸਿਵ ਸੀਗੇ। ਉਸ ਮੰਤਰੀ ਦਾ ਜਿਹਦੇ ਨਾਲ ਉਹਨਾਂ ਦਾ ਅਸ਼ਵਨੀ ਸੇਖੜੀ ਦਾ ਪੰਗਾ ਸੀ, ਉਹਨਾਂ ਦੀ ਕੁਰਸੀ ਨੂੰ ਕਹਿੰਦੇ ਖਤਰਾ ਬਣਿਆ ਹੋਇਆ। ਰਾਜਕੁਮਾਰ ਵੇਰਕਾ ਦਾ ਉੱਥੇ ਹੋਣ ਦਾ ਮਤਲਬ ਮਾਝੇ ਦੇ ਵਿੱਚ ਇੱਕ ਮਹਿਲਾ ਮੰਤਰੀ ਦਾ ਬਦਲਿਆ ਜਾਣਾ, ਇਹ ਰੌਲੇ ਰੱਪੇ 'ਚ ਆ ਗਿਆ। ਸੋ ਵਫਾਦਾਰੀਆਂ ਦਾ ਇੱਕ ਝੁਰਮਟ ਜਿਹੜਾ ਸੀ ਉਹਦੇ 'ਚ ਵੱਡਾ ਬਦਲਾਅ ਦੇਖਣ ਨੂੰ ਮਿਲੂਗਾ। ਸੋ ਜੇਕਰ ਉਹ ਬਦਲਾਅ 2 ਪੱਧਰ ਤੇ ਹੁੰਦੇ ਆ, ਫਿਰ ਕੈਪਟਨ ਅਮਰਿੰਦਰ ਸਿੰਘ ਮਜ਼ਬੂਤੀ ਨਾਲ ਜੇ ਫਿਰ ਅੱਗੇ ਵਧਦੇ ਆ ਤਾਂ ਇਹ ਕਲੇਸ਼ ਅੱਗੇ ਵਧੂਗਾ, ਜਾਂ ਕੈਪਟਨ ਅਮਰਿੰਦਰ ਸਿੰਘ ਸਿਆਣਪਣਾ ਚਾਹਣਗੇ ਕਿ ਅਸੀਂ ਹੁਣ ਸਿੱਧੂ ਨੂੰ ਪੂਰੀ ਤਰ੍ਹਾਂ ਫਿਰ ਵਰਤ ਲਈਏ? ਜੀ ਰੰਧਾਵਾ ਜੀ, ਮੈਂ ਇਹ ਚਾਹੁੰਦਾ ਇੱਕ ਥੋੜੀ ਜਿਹੀ ਗੱਲ ਤੁਹਾਨੂੰ ਦੱਸਣਾ ਚਾਹੁੰਦਾ, ਔਰ ਆਪਣੇ ਜਿਹੜੇ ਸਾਡੇ ਤਮਾਮ ਸਾਨੂੰ ਦਰਸ਼ਕ ਪੰਜਾਬ ਜਾਂ ਦੁਨੀਆ ਭਰ 'ਚ ਦੇਖ ਰਹੇ ਆ,
ਇੱਕ ਬੜੀ ਗੱਲ ਆ ਜਿਹੜੀ ਅਕਸਰ ਆਪਾਂ ਕਈ ਵਾਰੀ ਉਹ ਫੋਰਫਰੰਟ ਤੇ ਨਹੀਂ ਆਉਂਦੀ, ਮੂਹਰੇ ਨਹੀਂ ਆਉਂਦੀ, ਉਹ ਹੈਗੀ ਆ ਪ੍ਰਿਯੰਕਾ ਗਾਂਧੀ ਦਾ ਰੋਲ। ਤੁਸੀਂ ਦੇਖੋ ਪ੍ਰਿਯੰਕਾ ਗਾਂਧੀ ਕਾਂਗਰਸ ਪਾਰਟੀ ਦੇ ਵਿੱਚ ਇੱਕ ਸੰਕਟ ਮੋਚਨ ਜਾਂ ਟਰਬਲ ਸ਼ੂਟਰ ਦੇ ਤੌਰ ਤੇ ਬੜੀ ਤੇਜ਼ੀ ਨਾਲ ਉੱਭਰ ਰਹੇ ਆ। ਤੁਸੀਂ ਉੱਤਰ ਪ੍ਰਦੇਸ਼ ਦਾ ਦੇਖ ਲਓ, ਤੁਸੀਂ ਰਾਜਸਥਾਨ ਦਾ ਦੇਖ ਲਓ, G23 ਦੀ ਆਪਾਂ ਅਕਸਰ ਗੱਲ ਕਰਦੇ ਆ, ਉਹਨਾਂ ਦੀ ਇੰਨੇ ਸੀਨੀਅਰ ਲੀਡਰਸ ਆ। ਜਿਹੜਾ ਰੋਲ ਕਿਸੇ ਟਾਈਮ ਅਹਿਮਦ ਪਟੇਲ ਨਿਭਾਉਂਦੇ ਹੁੰਦੇ ਸੀ, ਇਸ ਟਾਈਮ ਉਹ ਪ੍ਰਿਯੰਕਾ ਗਾਂਧੀ ਨਿਭਾ ਰਹੇ ਆ। ਇਹ ਗੱਲ ਆਪਾਂ ਨੂੰ ਜ਼ਰੂਰੀ। ਕੱਲ ਵੀ ਜਦੋਂ ਮੀਟਿੰਗ ਹੁੰਦੀ ਆ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੀ ਸੋਨੀਆ ਗਾਂਧੀ ਦੇ ਨਾਲ, ਉਦੋਂ ਵੀ ਵਿੱਚ ਮੀਟਿੰਗ ਦੇ ਵਿੱਚ ਉਹ ਜਾਂਦੇ ਆ, ਰਾਹੁਲ ਗਾਂਧੀ ਨਹੀਂ ਜਾਂਦੇ। ਜਦੋਂ 136ਵਾਂ ਇਜਲਾਸ ਹੁੰਦਾ ਕਾਂਗਰਸ ਦਾ ਪਿਛਲੇ ਸਾਲ ਦਸੰਬਰ ਦੇ ਮਹੀਨੇ ਦੇ ਵਿੱਚ, ਉਦੋਂ ਰਾਹੁਲ ਗਾਂਧੀ ਕਿਤੇ ਚਲੇ ਜਾਂਦੇ ਆ, ਲੇਕਿਨ ਉਦੋਂ ਵੀ ਸਾਰੇ ਪਾਰਟੀ ਦੇ ਬੰਦੇ ਉਹਨਾਂ ਨਾਲ ਗੱਲ ਕਰਦੇ। ਸੋ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਉਹਨਾਂ ਦੀ ਰਾਏ ਜਾਂ ਉਹਨਾਂ ਨਾਲ ਗੱਲਬਾਤ, ਉਹਨਾਂ ਦਾ ਮੀਟਿੰਗਾਂ ਦੇ ਵਿੱਚ ਸ਼ਾਮਿਲ ਹੋਣਾ, ਉਹਨਾਂ ਦੀ ਸ਼ਮੂਲੀਅਤ ਬਹੁਤ ਮਾਇਨੇ ਰੱਖਦੀ ਆ। ਔਰ ਜਿਸ ਤਰ੍ਹਾਂ ਦੀਆਂ ਮੀਟਿੰਗਾਂ ਤੁਹਾਨੂੰ ਯਾਦ ਹੋਣਾ, ਜਦੋਂ ਨਵਜੋਤ ਸਿੰਘ ਸਿੱਧੂ ਪਹਿਲੇ ਦਿਨ ਜਾਂਦੇ ਆ ਤੇ ਮੀਡੀਆ ਨੇ ਰੌਲਾ ਪਾਤਾ ਸੀ ਕਿ ਦੇਖੋ ਜੀ ਇਹਨਾਂ ਦੀ ਤਾਂ ਮੁਲਾਕਾਤ ਨਹੀਂ ਹੋਈ, ਇਹਨਾਂ ਨੂੰ ਤਾਂ ਸਨੱਪ ਕਰਤਾ। ਉਸੇ ਦਿਨ ਸ਼ਾਮ ਨੂੰ ਜੇ ਕਿਸੇ ਨੇ ਮੁਲਾਕਾਤ ਕੀਤੀ ਸੀ, ਉਹ ਪ੍ਰਿਯੰਕਾ ਗਾਂਧੀ ਨੇ ਕੀਤੀ ਸੀ, ਜਿਹੜੀ ਚੱਲੀ ਸੀ। ਉਸ ਤੋਂ ਬਾਅਦ ਫੋਟੋਆਂ ਟਵੀਟ ਹੋਈਆਂ। ਹੁਣ ਆਉਣੇ ਆ ਕਿ ਕੀ ਇਕੱਠੇ ਹੋ ਕੇ ਚੱਲਣਗੇ। ਦੇਖੋ ਕੈਪਟਨ ਅਮਰਿੰਦਰ ਸਿੰਘ ਬਾਰੇ ਇੱਕ ਗੱਲ ਤਾਂ ਜ਼ਰੂਰ ਆ ਕਿ ਉਹਨਾਂ ਨੂੰ ਵੀ ਹੁਣ ਪਤਾ ਲੱਗ ਗਿਆ ਕਿ ਮੈਂ ਆਪਣੇ ਬਿਲਕੁਲ ਅਖੀਰਲੇ ਪੜਾਅ ਤੇ ਆ ਆਪਣੇ ਇਸ ਰਾਜਨੀਤਿਕ ਜੀਵਨ ਦੇ ਵਿੱਚ। ਹਾਂਜੀ, ਆਪਣੇ ਸਿਆਸੀ ਜੀਵਨ ਦੇ ਵਿੱਚ। ਔਰ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਪਤਾ ਕਿ ਜੇ ਰਲ ਕੇ ਚੱਲਾਂਗੇ, ਹਾਈ ਕਮਾਂਡ ਦੇ ਹਿਸਾਬ ਦੇ ਨਾਲ ਚੱਲਾਂਗੇ, ਤਾਂ ਹੋ ਸਕਦਾ ਇਹ ਜਿਹੜੀ ਸੱਤਾ, ਇਹਦਾ ਸੁੱਖ ਭੋਗਣ ਦਾ ਮੈਨੂੰ ਸਮਾਂ ਥੋੜਾ ਹੋਰ ਮਿਲ ਜੇ। ਜੇ ਇਸੇ ਤਰ੍ਹਾਂ ਕਨਫਰੰਟ੍ਰੇਸ਼ਨ ਚ ਰਹਿਣਗੇ ਆਪਸ ਦੇ ਵਿੱਚ, ਨਾ ਤਾਂ ਸਰਕਾਰ ਬਣਨੀ ਆ, ਨਾ ਆਲਾ ਕਮਾਂਡ ਦੀ ਕੋਈ ਗੱਲ ਬਣਨੀ ਹੈ, ਤੇ ਫਿਰ ਪਾਸੇ ਹੋ ਕੇ ਬਹਿ ਜਾਣਗੇ। ਤੇ ਫਿਰ ਨਾ ਇਹਨਾਂ ਨੂੰ ਆਪਣਾ ਕੋਈ ਪਰਸਨਲ ਫਾਇਦਾ ਹੋਣਾ, ਨਾ ਕੋਈ ਪੰਜਾਬ ਦਾ ਫਾਇਦਾ ਹੋਣਾ, ਤੇ ਨਾ ਇਹਨਾਂ ਨੂੰ ਮੁੱਖ ਮੰਤਰੀ ਬਣਨ ਦਾ ਦੁਬਾਰਾ ਮੌਕਾ ਮਿਲਣਾ। ਸੋ ਮੈਨੂੰ ਲੱਗਦਾ ਉਹਨਾਂ ਨੂੰ ਵੀ ਲੱਗਦਾ ਕਿ ਸਿਆਣਪ ਇਸੇ ਚ ਹੀ ਆ ਕਿ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਚੱਲੋ। ਜੇ ਆਪਣਾ ਫਾਇਦਾ ਕਰਾਉਣਾ ਤਾਂ ਦੂਸਰਿਆਂ ਦਾ ਵੀ ਸੋਚੋ। ਇਸੇ ਚ ਇਹਨੂੰ ਹੀ ਰਾਜਨੀਤੀ ਕਹਿੰਦੇ ਆ, ਇਹਨੂੰ ਹੀ ਸਿਆਸੀ ਸਮਝਦਾਰੀ ਕਹਿੰਦੇ ਆ। ਸੋ ਮੈਨੂੰ ਲੱਗਦਾ ਉਹਨਾਂ ਨੇ ਮਨ ਬਣਾ ਲਿਆ ਕਿ ਹੁਣ ਆਲਾ ਕਮਾਨ ਹੋਵੇ ਜਾਂ ਕੋਈ ਹੋਵੇ, ਨਾਲ ਲੈ ਕੇ ਚਲੋ ਜੇ ਉਹ ਕੁਝ ਕਹਿੰਦੇ ਆ। ਕਿਉਂਕਿ ਇੱਕ ਗੱਲ ਹੋਰ ਆ ਰੰਧਾਵਾ ਜੀ, ਮੈਂ ਜੋੜਦਾ, ਕੱਲ ਨੂੰ ਇਹ ਜਿਹੜਾ ਫਾਰਮੂਲਾ ਸਿੱਧੂ ਦੇ ਫਾਰਮ ਚ ਨਵਜੋਤ ਸਿੰਘ ਸਿੱਧੂ ਹੁਣਾਂ ਦੇ ਕੋਈ ਗਲਤ ਜਾਂਦਾ ਜਾਂ ਠੀਕ ਨਹੀਂ ਬੈਠਦਾ, ਜਾਂ ਪਾਰਟੀ ਨੂੰ ਉਨੀ ਸਫਲਤਾ ਨਹੀਂ ਮਿਲਦੀ, ਤੇ ਕਮ ਸੇ ਕਮ ਇਹ ਠਿਕਰਾ ਉਹਨਾਂ ਦੇ ਸਿਰ ਤੇ ਨਹੀਂ ਫੋੜਿਆ ਜਾਊਗਾ। ਇਹ ਵੀ ਉਹਨਾਂ ਨੂੰ ਪਤਾ ਜੀ। ਗੱਲ ਜਦੋਂ ਮਨਪ੍ਰੀਤ ਜੀ ਮੋਹਲਤ ਮਿਲਦੀ ਹੈ ਕਿਸੇ ਨੂੰ, ਤੇ ਉਹਨੂੰ ਨਾਲ ਦੀ ਨਾਲ ਜਿਹੜੇ ਸਾਹ ਮਿਲਦੇ ਆ ਉਹਦਾ ਰਹੀ ਹੁੰਦੇ ਆ, ਨੰਬਰ 1। ਦੂਜੀ ਗੱਲ, ਜਦੋਂ ਨਵਜੋਤ ਸਿੰਘ ਸਿੱਧੂ ਕਿਸੇ ਭੂਮਿਕਾ 'ਚ ਆ ਜਾਣਗੇ, ਤਾਂ ਕੀ ਉਹ ਕਾਂਗਰਸ ਦੇ 4.5 ਸਾਲ ਦੇ ਫੇਲਿਅਰ, ਜਿਹੜਾ ਵੱਖ-ਵੱਖ ਹੁਣ ਜਿਹੜਾ ਅਸੀਂ ਬਿਜਲੀ ਸੰਕਟ ਵੀ ਦੇਖ ਰਹੇ ਹਾਂ, ਇਹਨੂੰ ਕਿਹੜਾ ਅਸੀਂ ਸਫਲਤਾ ਮੰਨਾਂਗੇ? ਇਹ ਸਾਰੇ ਦੇ ਸਾਰੇ ਜਿੰਨੇ ਅਸਫਲਤਾਵਾਂ ਨੇ, ਉਹ ਵੀ ਉਹਨਾਂ ਨੂੰ ਮੋਢਿਆਂ ਤੇ ਢੋਣੀਆਂ ਪੈਣਗੀਆਂ। ਫਿਰ ਨਵਜੋਤ ਸਿੰਘ ਸਿੱਧੂ ਦਾ ਆਪਣਾ ਜਿਹੜਾ ਏਜੰਡਾ ਹੈ, ਏਜੰਡਾ ਪੰਜਾਬ, ਉਹ ਮੈਨੂੰ ਲੱਗਦਾ ਕਿਰਦਾ ਨਜ਼ਰ ਆਊਗਾ। ਸਿੱਧੂ ਦੀ ਇਹ ਕਮਜ਼ੋਰੀ ਕਿ ਉਹ ਕਿਸੇ ਸੰਗਠਨ ਤੋਂ ਬਿਨਾਂ ਤੁਰਨ ਦਾ ਹੀ ਨਹੀਂ ਕਰਦੇ, ਇਹ ਉਹਨਾਂ ਦੇ ਸਾਹਮਣੇ, ਉਹਨਾਂ ਦੇ ਆੜੇ ਆਇਆ ਪਿਆ। ਸਭ ਤੋਂ ਅਹਿਮ ਸਵਾਲ ਆ ਕਿ ਕਾਂਗਰਸ ਵਰਗੀ ਜਮਾਤ ਵਿੱਚ, ਜਿੱਥੇ ਹਾਈ ਕਮਾਂਡ ਬੜੀ ਭਾਰੀ ਹੈ, ਉਹਦੇ ਵਿੱਚ ਸਿੱਧੂ ਵਰਗਾ ਬੰਦਾ ਜਿਹੜਾ ਬਾਗੀ ਸੁਭਾਅ ਦਾ ਮਾਲਕ ਹੈ, ਉਹ ਕਿੰਨੀ ਦੇਰ ਸਰਵਾਈਵ ਕਰੂਗਾ? ਦੂਜੇ ਬੰਨੇ ਕੈਪਟਨ ਕੈਂਪ ਵਿੱਚ ਇਹ ਵੀ ਸਵਾਲ ਉੱਠਿਆ ਹੈ ਕਿ ਨਵਜੋਤ ਸਿੰਘ ਸਿੱਧੂ ਕਿਹੜਾ ਕਿਸੇ ਨੂੰ ਨਾਲ ਲੈ ਕੇ ਚੱਲਦੇ ਆ? ਜੇ ਉਹ ਜ਼ਿੰਮੇਵਾਰੀ ਓੜ ਵੀ ਲੈਂਦੇ ਆ, ਜੇ ਉਹਨਾਂ ਨੂੰ ਜ਼ਿੰਮੇਵਾਰੀ ਦੇ ਵੀ ਦਿੱਤੀ ਜਾਂਦੀ ਹੈ, ਤਾਂ ਕਿੰਨੇ ਦਿਨ ਉਹ ਕਿੰਨਿਆਂ ਨੂੰ ਨਾਲ ਲੈ ਕੇ ਤੁਰਨਗੇ, ਕਿੰਨਿਆਂ ਨੂੰ ਮਿਲਣਗੇ? ਇਹ ਵੀ ਸਵਾਲ ਆ। ਸਿੱਧੂ ਦੀ ਲੀਡਰਸ਼ਿਪ ਨੇ ਵੀ ਪਰਖ 'ਚ ਪੈਣਾ ਅਜੇ। ਸੋ ਮੈਨੂੰ ਇੰਜ ਲੱਗਦਾ ਹੈ ਕਿ ਸਿੱਧੂ ਇਸ ਪਰਖ ਦੇ ਵਿੱਚ ਕਾਫੀ ਮੁਸ਼ਕਲਾਂ ਫੇਸ ਕਰਨਗੇ। ਛੋਟੇ ਜਿਹੇ ਸੰਖੇਪ ਦੇ ਵਿੱਚ ਮੈਨੂੰ ਦੱਸਿਓ, ਜੇ ਸਿੱਧੂ ਪ੍ਰਧਾਨ ਬਣ ਜਾਂਦੇ ਆ ਜਾਂ ਕੋਈ ਹੋਰ ਤਰੀਕੇ ਨਾਲ ਲੀਡ ਕਰਦੇ ਆ, ਤਾਂ ਉਸ ਸਥਿਤੀ 'ਚ ਸਿੱਧੂ ਦੀ ਲੀਡਰਸ਼ਿਪ ਦਾ ਕਿਹੜਾ ਪਹਿਲੂ ਉੱਭਰਵਾ ਹੋ ਸਕਦਾ? ਹਮਲਾਵਰ ਤਾਂ ਉਹ ਹੈ ਨੇ ਲਫ਼ਜ਼ਾਂ ਨਾਲ, ਲੇਕਿਨ ਸੰਗਠਨ ਦੇ ਵਿੱਚ ਸਾਰਿਆਂ ਨੂੰ ਗਲਵਕੜੀ 'ਚ ਕਲਾਵੇ 'ਚ ਲੈ ਕੇ ਤੁਰਨਾ, ਕੀ ਸਮਝਦੇ ਹੋ ਤੁਸੀਂ? ਰੰਧਾਵਾ ਜੀ, ਮੈਂ ਤਾਂ ਥੋੜਾ ਜਿਹਾ ਵੱਖਰੇ ਢੰਗ ਨਾਲ ਜਵਾਬ ਦਊਂਗਾ। ਆ ਜਿੰਨੇ ਕਾਂਗਰਸੀ ਕਹਿੰਦੇ ਹਾਈ ਕਮਾਂਡ ਹੀ ਸਾਰਾ ਕੁਛ ਆ, ਸੋਨੀਆ ਗਾਂਧੀ ਸਾਰਾ ਕੁਛ ਆ, ਜਾਂ ਜਿਹੜੇ ਪੰਜਾਬ ਦੇ ਕਹਿੰਦੇ ਆ ਕੈਪਟਨ ਅਮਰਿੰਦਰ ਹੀ ਸਾਰਾ ਕੁਛ ਆ, ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਇਹ ਨਹੀਂ ਹੈ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਕੋਈ ਇਹਨਾਂ ਨੂੰ ਮਾਨਤਾ ਦਿੰਦੇ ਆ। ਇਹਨਾਂ ਨੂੰ ਸੱਤਾ ਜੋੜਦੀ ਆ। ਸਾਰੀ ਕਾਂਗਰਸ ਨੂੰ ਭਾਰਤ ਦੇ ਵਿੱਚ ਪਤਾ ਕਿ ਜੇ ਗਾਂਧੀ ਪਰਿਵਾਰ ਨਹੀਂ ਰਹਿੰਦਾ, ਕਾਂਗਰਸ ਦਾ ਸੱਤਾ ਦੇ ਵਿੱਚ ਦੁਬਾਰਾ ਆਉਣਾ ਜਾਂ ਮੁੜ ਆਉਣਾ ਮੁਸ਼ਕਿਲ ਆ, ਲਗਭਗ ਨਾਮੁਮਕਿਨ ਆ। ਇਹਨਾਂ ਦੇ ਸਹਾਰੇ ਹੀ ਅਸੀਂ ਚੱਲ ਸਕਦੇ ਹਾਂ। ਇੱਕ ਗੱਲ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਪਤਾ ਕਿ ਜੇ ਸਾਡੀ ਕਿਸੇ ਨੇ ਬੇੜਾ ਪਾਰ ਕਰਨਾ ਜਾਂ ਸਾਡਾ ਜਿਹੜਾ ਦੁਬਾਰਾ ਹੋਣਾ, ਉਹ ਕੈਪਟਨ ਅਮਰਿੰਦਰ ਸਿੰਘ
ਜੇ ਅੱਗੇ ਲੱਗਣਗੇ, ਮੂਹਰੇ ਲੱਗਣਗੇ ਤਾਂ ਅਸੀਂ ਆ ਸਕਦੇ ਹਾਂ। ਮੇਰਾ ਕਹਿਣ ਦਾ ਭਾਵ ਆ, ਚਾਹੇ ਕੋਈ ਲੀਡਰ ਹੋਵੇ, ਜਿੱਦਣ ਉਹਨਾਂ ਨੂੰ ਪਤਾ ਲੱਗ ਜੇ ਕੋਈ ਫਲਾਣਾ ਲੀਡਰ ਇਹ ਸਾਨੂੰ ਸੱਤਾ 'ਚ ਵਾਪਸ ਲਿਆ ਸਕਦਾ ਜਾਂ ਇਹਦੇ ਕਰਕੇ ਸਾਡੀ ਸੱਤਾ ਆ ਸਕਦੀ ਆ, ਤੇ ਸਾਰੇ ਉਹਦੇ ਨਾਲ ਜੁੜ ਕੇ ਤਿਆਰ ਹੋ ਜਾਣਗੇ, ਜੁੜਨ ਲਈ ਤਿਆਰ ਹੋ ਜਾਣਗੇ। ਜਿੱਦਣ ਪਤਾ ਲੱਗੂਗਾ ਕਿ ਇਹ ਖੋਟਾ ਸਿੱਕਾ, ਇਹ ਹੁਣ ਬੰਦੇ ਦਾ ਵਕਤ ਖਤਮ ਹੋ ਚੁੱਕਾ, ਨਾਲ ਦੀ ਨਾਲ ਹੀ ਮੂੰਹ ਵੱਟ ਲੈਂਦੇ। ਇਹ ਜਿਹੜੀ ਰਾਜਨੀਤੀ ਆ, ਸੋ ਨਾ ਤਾਂ ਕਿਸੇ ਨੂੰ ਕੈਪਟਨ ਅਮਰਿੰਦਰ ਸਿੰਘ ਦਾ, ਨਾ ਸੋਨੀਆ ਗਾਂਧੀ ਦਾ, ਪ੍ਰਿयंका ਗਾਂਧੀ ਦਾ, ਰਾਹੁਲ, ਕਿਸੇ ਨੇ ਕੁਝ ਨਹੀਂ ਲੈਣਾ। ਲੈਣਾ ਹੈ ਸੱਤਾ ਨਾਲ। ਜਿੰਨੀ ਦੇਰ ਤੱਕ ਇਹਨਾਂ ਨੂੰ ਲੱਗਦਾ ਕਿ ਇਹ ਬੰਦੇ ਸਾਨੂੰ ਸੱਤਾ ਦਵਾ ਸਕਦੇ ਆ, ਇਹਨਾਂ ਦਾ ਸਮਰਥਨ ਕਰਨਗੇ। ਉਹ ਚਾਹੇ ਨਵਜੋਤ ਸਿੰਘ ਸਿੱਧੂ ਹੋਵੇ। ਨਵਜੋਤ ਸਿੰਘ ਸਿੱਧੂ ਦੀਆਂ ਕਮਜ਼ੋਰੀਆਂ ਇਹ ਆ ਕਿ ਟੀਮ ਪਲੇਅਰ ਨਹੀਂ ਹੈ, ਅਕਸਰ ਅਸੀਂ ਉਹਨਾਂ ਨੂੰ ਮੰਨਦੇ ਆ, ਲੇਕਿਨ ਕਿਉਂਕਿ ਪਹਿਲਾਂ ਪਾਰਟੀ ਦੇ ਵਿੱਚ ਵੀ ਉਹਨਾਂ ਨੇ ਕੰਮ ਕੀਤਾ, ਸਾਰਿਆਂ ਨੂੰ ਨਾਲ ਲੈ ਕੇ ਚੱਲਣਾ, ਸਾਰਿਆਂ ਦੀ ਗੱਲ ਸੁਣਨੀ। ਔਰ ਇੱਕ ਤੁਹਾਨੂੰ ਮੈਂ ਹੋਰ ਗੱਲ ਕਰ ਦਿੰਦਾ, ਦੇਖੋ ਬਹੁਤ ਸਾਰੇ ਲੋਕਾਂ ਦੇ ਧੰਦੇ ਚੱਲਦੇ ਆ ਪਾਰਟੀਆਂ ਦੇ, ਚਾਹੇ ਕਾਂਗਰਸ ਹੋਵੇ, ਅਕਾਲੀ ਹੋਵੇ, ਬੀਜੇਪੀ। ਨਵਜੋਤ ਸਿੰਘ ਸਿੱਧੂ ਤੋਂ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਇਹ ਵੀ ਡਰ ਲੱਗਦਾ ਕਿ ਆ ਕੇ ਬਿਲਕੁਲ ਖਲਾਰਾ ਪਾ ਦੇਣਗੇ, ਸਾਡੇ ਧੰਦੇ ਬੰਦ ਕਰਾ ਦੇਣਗੇ, ਇਸ ਤਰ੍ਹਾਂ ਦੀਆਂ ਵੀ ਚੀਜ਼ਾਂ। ਕਿਉਂਕਿ ਜਿਹੜੇ ਸਪੋਰਟਰ ਆ ਨਾ, ਜਿਹੜੇ ਬੋਰਡ ਲਾਉਂਦੇ ਆ, ਵੱਡੇ ਵੱਡੇ ਬਿਲ ਬੋਰਡ, ਕਿ ਹੁਣ ਤਾਂ ਕੈਪਟਨ ਹੀ ਆਏਗਾ ਜਾਂ ਹੁਣ ਸਿੱਧੂ ਆਏਗਾ, ਇਹਨਾਂ ਦੇ ਹਿੱਤ ਜੁੜੇ ਹੋਏ ਆ, ਇਹਨਾਂ ਦੇ ਲਾਭ ਜੁੜੇ ਹੋਏ ਆ। ਇਹਨਾਂ ਨੂੰ ਪਤਾ ਜੇ ਚਲੇ ਗਏ ਤਾਂ ਜਿਹੜੇ ਕੰਮ ਆ, ਕੰਮਕਾਰ ਸਾਡੇ ਬੰਦ ਹੋ ਜਾਣਗੇ। ਸੋ ਆਹ ਚੀਜ਼ ਆ ਜਿਹੜੀ ਸੱਤਾ ਨਾਲ ਸਾਰਿਆਂ ਨੂੰ ਜੋੜਦੀ ਹੈ। ਸਿੱਧੂ ਨੇ ਅਜੇ ਪਾਵਰ ਦੇ ਵਿੱਚ ਆਉਣਾ ਹੈ, ਸਿੱਧੂ ਨੇ ਅਜੇ ਉਹ ਮਰਹਲਾ ਤੈਅ ਕਰਨਾ ਹੈ ਜਿਹਦੇ ਲਈ ਉਹ ਦੇਰ ਤੋਂ ਤਾਂਘਵਾਨ ਨੇ, ਉਡੀਕਵਾਨ ਨੇ ਕਿ ਸੱਤਾ ਮਿਲੇ ਤੇ ਮੈਂ ਪੰਜਾਬ ਦਾ ਭਲਾ ਕਰਾਂ। ਪਰ ਅਕਸਰ ਉਹ ਚੁਣਦੇ ਨੇ ਜਿਹਦੇ ਵਿੱਚ ਜਿਹੜਾ ਪੈਂਡਾ ਬੜਾ ਬਿਖੜਾ ਹੁੰਦਾ। ਹੁਣ ਇੱਕ ਕਦਮ ਅੱਗੇ ਚੱਲਦੇ ਆ, ਜਿਹੜੀ ਅੱਜ ਕੇਂਦਰ ਦੇ ਵਿੱਚ ਰੱਦੋ ਬਦਲ ਦੀ ਗੱਲ ਚੱਲਦੀ ਪਈ ਹੈ। ਇੱਕ ਗੱਲ ਉੱਪਰ ਕਿ ਆ ਰਹੀ ਹੈ ਕਿ ਨਰਿੰਦਰ ਮੋਦੀ ਕੁਝ ਐਸੇ ਚਿਹਰੇ ਲਿਆ ਸਕਦੇ ਆ ਜਿਹੜੇ ਕਿਸੇ ਦੇ ਚੇਤੇ ਨਾ ਹੋਣ, ਜਿਹੜੇ ਸਿਆਸਤ ਤੋਂ ਬਾਹਰ ਵੀ ਹੋ ਸਕਦੇ ਆ। ਤੁਹਾਡੇ ਕੋਲ ਕੋਈ ਐਸੀ ਕੰਸੋਲ ਹੈਗੀ ਹੈ ਕਿ ਕੁਝ ਐਸੇ ਮਿਨਿਸਟਰ ਸ਼ਾਮਲ ਕੀਤੇ ਜਾ ਸਕਦੇ ਆ, ਜਿਵੇਂ ਉਹਨਾਂ ਨੇ ਇੱਕ ਨੌਕਰਸ਼ਾਹ ਨੂੰ ਵਿਦੇਸ਼ ਮੰਤਰਾਲਾ ਸੌਂਪਤਾ, ਜਿਵੇਂ ਪੁਰੀ ਸਾਹਿਬ ਜਿਹੜੇ ਆ ਉਹਨਾਂ ਨੂੰ ਸ਼ਹਿਰੀ ਤੇ ਵੱਡੇ ਮਹਿਕਮੇ ਜਿਹੜੇ ਆ ਉਹ ਦਿੱਤੇ ਗਏ, ਲੇਕਿਨ ਇਹਨਾਂ ਬਾਰੇ ਕਿਆਸ ਵੀ ਨਹੀਂ ਸੀ ਪਹਿਲਾਂ ਲਾਏ ਜਾਂਦੇ। ਤੁਹਾਨੂੰ ਲੱਗਦਾ ਕਿ ਇਹ ਫਿਰ ਕੋਈ ਨਵੀਂ ਚੀਜ਼ ਉੱਪਰ ਕਿ ਆਊਗੀ, ਫਿਰ ਪੰਜਾਬ ਦੇ ਮਸਲਿਆਂ ਵੱਲ ਦੁਬਾਰਾ ਮੁੜਦੇ ਆ? ਕਿਉਂਕਿ ਤੁਹਾਡੇ ਕੋਲ ਇਨਫੋਰਮੇਸ਼ਨ ਕਾਫੀ ਰਹਿੰਦੀ ਆ, ਅਦਰਵਾਈਜ਼ ਵੀ ਤੁਸੀਂ ਐਨਾਲਿਸਿਸ ਸੋਹਣਾ ਕਰਦੇ। ਮੈਂ ਤੁਹਾਨੂੰ ਇਹਨਾਂ ਦੱਸਦਾ, ਇਹ ਜਿਹੜਾ ਰੱਦੋ ਬਦਲ ਹੋ ਰਿਹਾ, ਜਿਹੜਾ ਕੈਬਨਿਟ ਰੀਸ਼ਫਲ ਆ, ਦੇਖੋ ਕਾਰਨ ਇਹ ਆ ਰੰਧਾਵਾ ਜੀ ਕਿ ਕੁਝ ਬੰਦਿਆਂ ਨੂੰ ਜਿਨ੍ਹਾਂ ਨੂੰ ਲੈ ਕੇ ਆਂਦਾ ਉਹਨਾਂ ਨੂੰ ਐਡਜਸਟ ਕਰਨਾ। ਹੁਣ ਦੇਖੋ, ਜਿਵੇਂ ਮੱਧ ਪ੍ਰਦੇਸ਼ ਦੇ ਜੋਤੀਰਾਦਿੱਤਿਆ ਸਿੰਧੀਆ ਆਪਣੇ ਨਾਲ MLA ਲੈ ਕੇ ਆਏ, ਮੱਧ ਪ੍ਰਦੇਸ਼ ਦੇ ਵਿੱਚ ਉਹਨਾਂ ਦੀ ਦੁਬਾਰਾ ਸਰਕਾਰ ਬਣੀ। ਕਮਲਨਾਥ ਉੱਥੋਂ ਦੇ ਮੁੱਖ ਮੰਤਰੀ ਸੀ, ਉਹਨਾਂ ਨੂੰ ਹਟਾਇਆ ਜਾ ਸਕਿਆ। ਹੁਣ ਉਹਨਾਂ ਨੂੰ ਰਿਵਾਰਡ ਕਿੱਦਾਂ ਕਰਨਾ? ਰਿਵਾਰਡ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਕੇਂਦਰੀ ਮੰਤਰੀ ਬਣਾ ਕੇ ਕਰਨਾ। ਇਸੇ ਤਰ੍ਹਾਂ ਜਿਹੜੇ ਸਰਬਾਨੰਦ ਸੋਨੋਵਾਲ ਆ, ਅਸਾਮ ਦੇ ਸਾਬਕਾ ਮੁੱਖ ਮੰਤਰੀ, ਉਹ ਰਹਿ ਗਏ ਕਿਉਂਕਿ ਦੁਬਾਰਾ ਉਹਨਾਂ ਨੇ ਉੱਥੇ ਮੁੱਖ ਮੰਤਰੀ ਕਿਸੇ ਹੋਰ ਨੂੰ ਬਣਾਤਾ। ਉਹਨਾਂ ਨੂੰ ਐਡਜਸਟ ਕਿੱਦਾਂ ਕਰਨਾ? ਆਜੋ ਜੀ ਇੱਥੇ ਤੁਹਾਨੂੰ ਦੇ ਦਿੰਦੇ ਆ, ਕੇਂਦਰੀ ਮੰਤਰੀ ਬਣਾ ਦਿੰਦੇ ਆ। ਇਸੇ ਤਰ੍ਹਾਂ ਜਿਤਨ ਪ੍ਰਸਾਦ ਆ, ਜਿਹੜੇ ਕਾਂਗਰਸ ਛੱਡ ਕੇ ਗਏ, ਆਜੋ ਜੀ ਤੁਹਾਨੂੰ ਵੀ ਦੇ ਦਿੰਦੇ ਆ। ਇਸੇ ਤਰ੍ਹਾਂ ਤੁਸੀਂ ਦੇਖੋ, ਚਿਰਾਗ ਪਾਸਵਾਨ ਹੋਣਾ ਦੀ ਪਾਰਟੀ ਟੁੱਟੀ ਹੈ, ਜਿਹੜੀ ਰਾਮ ਵਿਲਾਸ ਪਾਸਵਾਨ ਹੋਣਾ ਦੀ, ਉਹ ਜਿਹੜੇ 5 ਬੰਦੇ ਆ ਉਹਨਾਂ ਚੋਂ ਵੀ ਬੇਸਿਕਲੀ ਤਾਂ ਇਹ ਸਿਰਫ ਲੋਕਾਂ ਨੂੰ ਐਡਜਸਟ ਕਰਨਾ, ਉਹਨਾਂ ਨੂੰ ਜਿਨ੍ਹਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਬੀਜੇਪੀ ਦਾ ਸਾਥ ਦਿੱਤਾ। ਔਰ ਤੁਹਾਨੂੰ ਇਹ ਵੀ ਪਤਾ ਰੰਧਾਵਾ ਜੀ, ਕੇਂਦਰ ਦੇ ਵਿੱਚ ਕਿਸੇ ਵੀ ਮੰਤਰੀ ਦੀ ਕੋਈ ਔਕਾਤ ਨਹੀਂ ਹੈ, ਕਿਸੇ ਤਰ੍ਹਾਂ ਦਾ ਉਹਨਾਂ ਦੀ ਕੋਈ ਵੁਕਤ ਨਹੀਂ ਹੈ, ਕਿਸੇ ਤਰ੍ਹਾਂ ਦਾ ਉਹਨਾਂ ਕੋਲੇ ਖੁਦ ਮੁਖਤਿਆਰੀ ਨਹੀਂ ਹੈ ਕਿ ਆਪਣੇ ਲੈਵਲ ਤੇ ਉਹ ਫੈਸਲੇ ਲੈ ਸਕਣ। ਉੱਥੇ ਤੁਹਾਨੂੰ ਪਤਾ ਹੀ ਹੈ, ਜਾਂ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦੀ ਚੱਲਦੀ ਹੈ ਤੇ ਜਾਂ ਅਮਿਤ ਸ਼ਾਹ ਹੋਣਾ ਦੀ ਚੱਲਦੀ ਹੈ। ਇਸ ਤੋਂ ਇਲਾਵਾ ਬਾਕੀ ਕਿਸੇ ਦੀ ਨਹੀਂ ਚੱਲਦੀ। ਸਾਰਿਆਂ ਨੂੰ ਈਵਨ ਕਿ ਤੁਸੀਂ ਦੇਖੋ, ਜਦੋਂ ਇਹ ਲੋਕੀ ਪ੍ਰੈਸ ਕਾਨਫਰੰਸਿਸ ਕਰਦੇ ਆ, ਤੁਸੀਂ ਕਈ ਵਾਰੀ ਦੇਖਿਆ ਹੋਣਾ, ਨਿਰਮਲਾ ਸੀਤਾਰਮਨ ਜਿਹੜੇ ਖੁਦ ਫਾਈਨੈਂਸ ਮਿਨਿਸਟਰ ਆ, ਉਹ ਕਈ ਵਾਰੀ ਰੇਲਵੇ ਦੀ ਗੱਲ ਕਰਦੇ ਹੁੰਦੇ ਆ। ਪੀਯੂਸ਼ ਗੋਇਲ ਆ ਜਿਹੜੇ ਰੇਲਵੇ ਮੰਤਰੀ, ਉਹ ਕਈ ਵਾਰੀ ਫਾਈਨੈਂਸ ਦੀ ਗੱਲ ਕਰਦੇ ਹੁੰਦੇ ਆ, ਖੇਤੀਬਾੜੀ ਦੀ ਕਰਦੇ। ਹਾਂਜੀ, ਆਪਣੇ ਮਹਿਕਮੇ ਦੀਆਂ ਬਹੁਤ ਵਾਰੀ ਇਹ ਗੱਲਾਂ ਨਹੀਂ ਕਰਦੇ, ਸਿਰਫ ਇਹਨਾਂ ਨੂੰ ਕਿਹਾ ਜਾਂਦਾ। ਸੋ ਸਿਰਫ ਇਹ ਜਿਹੜਾ ਹੈਗਾ, ਇਹ ਜਿਹੜਾ ਰੀਸ਼ਫਲਿੰਗ ਹੈ ਕੈਬਨਿਟ ਦੀ, ਇੱਥੋਂ ਇਹੀ ਲੱਗਦਾ ਕਿ ਕੁਝ ਜਿਹੜੇ ਬੰਦੇ ਲੈ ਕੇ ਆਉਂਦੇ ਸੀ, ਜਿਨ੍ਹਾਂ ਨੂੰ ਬੀਜੇਪੀ ਵਿੱਚ ਸ਼ਾਮਿਲ ਕਰਵਾਇਆ ਗਿਆ ਸੀ, ਉਹਨਾਂ ਨੂੰ ਇੱਕ ਤਰ੍ਹਾਂ ਦਾ ਮਾਨ ਸਤਿਕਾਰ ਦੇਣਾ, ਇੱਕ ਤਰ੍ਹਾਂ ਦਾ ਉਹਨਾਂ ਨੂੰ ਐਡਜਸਟ ਕਰਨਾ। ਜੀ ਮਨਪ੍ਰੀਤ ਜੀ, ਜਦੋਂ ਅਸੀਂ ਇਹ ਸਾਰੇ ਕਾਂਗਰਸੀ ਕਲੇਸ਼ ਦੀ ਗੱਲ ਕਰਦੇ ਆ ਤੇ ਨਾਲ ਹੀ ਬੇਅਦਬੀ ਮਾਮਲਿਆਂ ਦਾ ਚੇਤਾ ਉੱਭਰ ਆਉਂਦਾ ਮਨ ਮਸਤਕ ਚ, ਬ੍ਰੇਨ ਦੇ ਵਿੱਚ ਉਹ ਚੀਜ਼ਾਂ ਆ ਜਾਂਦੀਆਂ। 2015 ਤੋਂ ਹੁਣ ਤੱਕ ਕਿਸੇ ਧਨ ਪੱਤਣ ਨਹੀਂ ਲੱਗੀ ਗੱਲ। ਲੇਕਿਨ ਜਦੋਂ ਬੀਤੇ ਕੱਲ ਇੱਕ ਸੁਣਵਾਈ ਲਈ ਕੇਸ ਫਰੀਦਕੋਟ ਦੇ ਵਿੱਚ ਹੁੰਦਾ, ਉਹਦੇ ਵਿੱਚ ਜਿਹੜੀ SIT ਨੇ ਮੰਗ ਕੀਤੀ ਸੀ 3 ਪੁਲਿਸ ਅਫਸਰਾਂ ਦਾ ਨਾਰਕੋ ਟੈਸਟ, ਅਖੇ ਇਹ ਇਨਵੈਸਟੀਗੇਸ਼ਨ 'ਚ ਸਹਿਯੋਗ ਨਹੀਂ ਕਰਦੇ ਤੇ ਇਹਨਾਂ ਨੂੰ ਇਸ ਤਰੀਕੇ ਨਾਲ ਇਹਨਾਂ ਦੇ ਅੰਦਰ ਦੀ ਗੱਲ ਕੱਢਣੀ ਹੈ। ਇਹ ਪੁਰਾਣਾ ਇੱਕ ਫੰਡਾ ਹੈ, ਲੇਕਿਨ ਇਹਦੇ ਵਿੱਚ ਵੀ ਕਈ ਤਰ੍ਹਾਂ ਦੀ ਰਾਏ ਹੈ ਕਿ ਇਹ ਕਿੰਨਾ ਕਾਮਯਾਬ ਹੈ। ਫਿਰ ਵੀ ਇਹਦੇ ਵਿੱਚ ਸਾਬਕਾ DGP ਨੇ ਮਨਾ ਕਰਤਾ, ਉਦੋਂ ਦੇ ਤਤਕਾਲੀ SSP ਚਰਨਜੀਤ ਨੇ ਸ਼ਰਮਾ ਨੇ ਮਨਾ ਕਰਤਾ।
ਉਮਰਾ ਨੰਗਲ ਨੇ ਸਿਹਤ ਦੇ ਕਈ ਹਵਾਲੇ ਦੇ ਕੇ ਕਿਹਾ ਵੀ ਇਹਨਾਂ ਸ਼ਰਤਾਂ ਤੇ ਮੇਰਾ ਕਰ ਲਓ। ਤੁਹਾਨੂੰ ਲੱਗਦਾ ਹੈ ਕਿ ਇਹ ਦੋ ਸਮਾਨਾਂਤਰ ਧਰਾਵਾਂ ਚ ਵਹਿੰਦੇ ਕੇਸ, ਇੱਕ ਤਾਂ ਕਾਂਗਰਸ ਹਾਈ ਕਮਾਂਡ ਉੱਥੇ ਇਸੇ ਕੇਸ ਨੂੰ ਸੁਣਵਾਈ ਕਰ ਰਹੀ ਹੈ ਕਿ 4.5 ਸਾਲ ਦੇ ਵਿੱਚ ਇਨਸਾਫ ਨਹੀਂ ਮਿਲੇ, ਵਾਅਦੇ ਪੂਰੇ ਨਹੀਂ ਹੋਏ, ਦੂਜੇ ਬੰਨੇ ਇੱਕ ਅਦਾਲਤੀ ਪ੍ਰਕਿਰਿਆ 'ਚ ਮਸਲਾ ਹੈ। ਇਹਨਾਂ ਦੋਨਾਂ ਨੂੰ ਤੁਸੀਂ ਤਣਪੱਤਣ ਲੱਗਦੇ ਵੇਖਦੇ ਹੋ ਕਿ ਕੀ ਕੈਪਟਨ ਅਮਰਿੰਦਰ ਸਿੰਘ ਨੂੰ ਫਾਸਟ ਟਰੈਕ ਤੇ ਲਿਆਉਣਾ ਚਾਹਣਗੇ ਸੁਣਵਾਈ ਨੂੰ, ਜਾਂ ਇਹ ਜਿਹੜੀ ਹੁਣ ਪੁਲਿਸ ਕਰਮੀ ਜਿਹੜੇ ਹੈਗੇ ਵੱਡੇ ਅਧਿਕਾਰੀ ਆ ਇਹਨਾਂ ਦਾ ਇਹ ਐਟੀਟਿਊਡ ਹੋਰ ਲਟਕਵਾ ਹੋ ਸਕਦਾ ਮਸਲਾ? ਦੇਖੋ ਜੀ, ਪਿਛਲੇ ਦਿਨਾਂ ਦੇ ਵਿੱਚ ਰੰਧਾਵਾ ਜੀ ਜੋ ਕੁਝ ਹੋਇਆ, ਪ੍ਰਕਾਸ਼ ਸਿੰਘ ਬਾਦਲ ਹੋਣ, ਸੁਖਬੀਰ ਸਿੰਘ ਬਾਦਲ ਹੋਣ, ਪੰਥਪ੍ਰੀਤ ਹੋਣ, ਢੱਡਰੀਆਂ ਵਾਲੇ ਹੋਣ, ਇਹਨਾਂ ਸਾਰਿਆਂ ਨੂੰ ਬੁਲਾ ਕੇ ਇੱਕ ਤਰ੍ਹਾਂ ਦਾ ਗਹਿਮਾ ਗਹਿਮੀ ਸ਼ੁਰੂ ਹੋ ਕੇ ਦੇਖੋ ਜੀ ਕੁਝ ਹੋ ਰਿਹਾ। ਹੁਣ ਨਾਰਕੋ ਟੈਸਟ ਦੀ ਆਪਾਂ ਗੱਲ ਕਰਦੇ ਹਾਂ। ਨਾਰਕੋ ਟੈਸਟ ਦੇ ਵਿੱਚ ਪਹਿਲੀ ਗੱਲ ਤਾਂ ਇਹ ਬੜਾ ਸਪਸ਼ਟ ਹੋ ਜਾਣਾ ਚਾਹੀਦਾ ਕਿ ਨਾਰਕੋ ਟੈਸਟ ਦੇ ਵਿੱਚ ਜਦੋਂ ਇਹ ਹੁੰਦੇ ਆ ਜਾਂ ਲਾਈ ਡਿਟੈਕਟਰ ਟੈਸਟ ਹੁੰਦੇ ਆ, ਇਹ ਜਿੰਨੇ ਵੀ ਟੈਸਟ ਹੁੰਦੇ ਆ, ਇਹ ਅਦਾਲਤ ਦੇ ਵਿੱਚ ਜੋ ਕੁਝ ਵੀ ਕਿਹਾ ਜਾਂਦਾ ਉਹਦੇ ਵਿੱਚ ਇਹਨਾਂ ਦੀ ਕੋਈ ਮਾਨਤਾ ਨਹੀਂ। ਇਹ ਬੜੀ ਗੱਲ ਸਪਸ਼ਟ ਜੀ, ਇਹ ਗੱਲ ਬੜੀ ਸਪਸ਼ਟ ਹੋਣੀ ਚਾਹੀਦੀ ਆ ਕਿ ਜੋ ਮਰਜ਼ੀ ਇਹ ਕਹਿ ਦੇਣ, ਅਦਾਲਤ ਦੇ ਵਿੱਚ ਇਹ ਇੱਕ ਤਰ੍ਹਾਂ ਦਾ ਸਬੂਤ ਨਹੀਂ ਮੰਨਿਆ ਜਾ ਸਕਦਾ, ਇਸ ਨੂੰ ਐਵੀਡੈਂਸ ਨਹੀਂ ਮੰਨਿਆ ਜਾ ਸਕਦਾ। ਇਹ ਸਿਰਫ ਤੇ ਸਿਰਫ ਜਿਹੜੀਆਂ ਜਾਂਚ ਏਜੰਸੀਜ਼ ਹੁੰਦੀਆਂ ਨੇ ਜਾਂ ਜਿਹੜੀਆਂ ਇਨਵੈਸਟੀਗੇਟਿਵ ਏਜੰਸੀਜ਼, ਉਹ ਆਪਣੀ ਸਹੂਲੀਅਤ ਲਈ ਕੋਈ ਇਸ ਤਰ੍ਹਾਂ ਦੀ ਚੀਜ਼ ਕਢਾਉਣਾ ਚਾਹੇ ਤਾਂ ਕਿ ਉਹਨਾਂ ਨੂੰ ਕੋਈ ਕਲੂ ਮਿਲ ਜੇ, ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਲੀਡ ਮਿਲ ਜੇ ਤਾਂ ਕਿ ਉਹ ਉਸ ਨੂੰ ਅੱਗੇ ਤੋਰ ਸਕਣ। ਹੋਰ ਇਸ ਦਾ ਕੋਈ ਮਕਸਦ ਨਹੀਂ ਹੈ। ਹਾਂ, ਇਹ ਉਹਨਾਂ ਦੀ ਸਹਿਮਤੀ ਨਾਲ ਹੋਊਗਾ। ਜੇ ਇਹ ਨਾ ਵੀ ਕਰ ਦਿੰਦੇ ਆ, ਜਿਸ ਤਰ੍ਹਾਂ ਸੁਮੇਧ ਸਿੰਘ ਸੈਣੀ ਹੋਣਾ ਨੇ ਨਾ ਕਰਤੀ ਜਾਂ ਚਰਨਜੀਤ ਸ਼ਰਮਾ ਨੇ ਨਾ ਕਰਤੀ, ਤੇ ਇਸ ਦਾ ਵੀ ਕਾਨੂੰਨੀ ਤੌਰ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਪਏਗਾ। ਇਹ ਜ਼ਰੂਰ ਹੁੰਦਾ ਕਿ ਇਹਨਾਂ ਨੇ ਨਾ ਕਿਉਂ ਕੀਤੀ, ਇੱਕ ਤਰ੍ਹਾਂ ਦਾ ਉਹ ਚੀਜ਼ਾਂ ਜਿਹੜੇ ਵਕੀਲ ਹੁੰਦੇ ਆ ਉਹ ਕੋਰਟਾਂ ਦੇ ਵਿੱਚ ਇਹ ਗੱਲ ਕਰ ਸਕਦੇ ਕਿ ਇਹ ਕੋਈ ਗੱਲ ਲੁਕਾਉਣਾ ਚਾਹੁੰਦੇ ਆ। ਇਹ ਸਿਰਫ ਨਾ ਸਿਰਫ ਕਿਆਸੇ ਹੁੰਦੇ ਆ। ਹਾਂ, ਅਗਰ ਪਰਮਰਾਜ ਸਿੰਘ ਉਮਰਾ ਨੰਗਲ ਨੇ ਹਾਂ ਕਰਤੀ ਹੈ, ਠੀਕ ਆ, ਉਹ ਕਰ ਸਕਦੇ ਆ, ਲੇਕਿਨ ਤੁਸੀਂ ਇਹ ਦੇਖੋਗੇ ਕਿ ਉਸ ਦੇ ਵਿੱਚੋਂ ਤੁਸੀਂ ਯਾਦ ਕਰੋ, ਇਹ ਇੱਕ ਤਰ੍ਹਾਂ ਦਾ ਲੋਕਾਂ ਨੂੰ, ਜਦੋਂ ਅਜਬਲ ਕਸਾਬ ਸੀ ਜਿਨ੍ਹਾਂ ਨੇ ਸੰਨ 2008 ਦੇ ਵਿੱਚ, ਉਹ ਸਾਰਾ ਟੀਵੀ ਤੇ ਦਿਖਾਇਆ ਜਾਂਦਾ, ਬੜਾ ਡਰਾਮਾ ਕੀਤਾ ਜਾਂਦਾ, ਬੜਾ ਕੁਝ, ਪਰ ਐਟ ਦਾ ਐਂਡ ਆਫ ਦਾ ਡੇ ਬਿਲਕੁਲ ਅਖੀਰ ਤੇ ਕੁਝ ਵੀ ਨਹੀਂ ਇਹਨਾਂ ਚੀਜ਼ਾਂ ਚੋਂ ਨਿਕਲਦਾ। ਜੇ ਨਾਰਕੋ ਟੈਸਟ ਨਾਲ ਹੀ ਕੇਸ ਸੌਲਵ ਹੋਣੇ ਤਾਂ ਬਹੁਤ ਦੁਨੀਆ ਦੇ ਜਾਂ ਭਾਰਤ ਦੇ ਜਾਂ ਪੰਜਾਬ ਦੇ ਕੇਸ ਹੱਲ ਹੋ ਸਕਦੇ ਸੀ। ਮੈਨੂੰ ਲੱਗਦਾ ਨਹੀਂ ਕਿ ਇਹਦੇ ਵਿੱਚੋਂ ਕਿਸੇ ਤਰ੍ਹਾਂ ਦਾ ਕੁਝ ਨਿਕਲੂਗਾ। ਹਾਂ, ਲੋਕਾਂ ਲਈ, ਵਿਜ਼ੂਅਲ ਮੀਡੀਆ ਲਈ ਜਾਂ ਮੀਡੀਆ ਲਈ ਇਹ ਬੜਾ ਵੱਡਾ ਕੋਈ ਇੱਕ ਖੇਡ ਜ਼ਰੂਰ ਹੋ ਸਕਦੀ ਹੈ, ਡਰਾਮਾ ਜ਼ਰੂਰ ਹੋ ਸਕਦਾ। ਇਹ ਗੁੰਝਲ ਸੁਲਝਦੀ ਨਹੀਂ ਗਈ, ਇਹ ਗੁੰਝਲ ਹੋਰ ਪੀੜੀ ਹੋਈ ਜਾਂਦੀ ਹੈ ਔਰ ਇੰਜ ਲੱਗਦਾ ਨਹੀਂ ਕਿ ਕਿਸੇ ਤਣਪੱਤਣ ਲੱਗੂ। ਔਰ ਦੂਜੀ ਗੱਲ, ਇਹਦੇ ਚ ਕੋਈ ਬਹੁਤ ਵੱਡੇ ਦੋਸ਼ੀ ਕਟਹਿਰੇ ਚ ਖੜੇ ਕਰਤੇ ਜਾਣਗੇ। ਔਖਾ ਸਵਾਲ ਹੈ। ਇਸ ਸਵਾਲ ਨੇ ਅਜੇ ਹੋਰ ਵਿਸਥਾਰ ਲੈਣਾ ਕਿਉਂਕਿ 2022 ਦੇ ਵਿੱਚ ਇਸ ਮੁੱਦੇ ਨੇ ਫਿਰ ਸੱਜ ਕੇ ਬੋਰਡਾਂ ਤੇ ਆਉਣਾ ਹੈ। ਲੇਕਿਨ ਬੀਜੇਪੀ 2022 ਤੱਕ ਜਾਂਦੀ ਜਾਂਦੀ ਖਿੰਡਦੀ ਨਜ਼ਰ ਆ ਰਹੀ ਹੈ। ਪੰਜਾਬ 'ਚ ਅਨਿਲ ਜੋਸ਼ੀ ਦਾ ਵਿਰੋਧ ਕਰਨਾ, ਭੰਡਾਰੀ ਦਾ ਵਿਰੋਧ ਕਰਨਾ, ਮਾਸਟਰ ਮੋਹਨ ਲਾਲ ਦਾ ਵਿਰੋਧ ਕਰਨਾ, ਤੇ ਅੱਜ 2 ਦਿਨ ਦਾ ਨੋਟਿਸ ਦਿੱਤਾ ਗਿਆ, 2 ਦਿਨ 'ਚ ਜਵਾਬ ਦੇਣ ਲਈ ਕਹਿ ਕੇ ਅਨਿਲ ਜੋਸ਼ੀ ਨੂੰ ਕਿ ਤੁਸੀਂ ਪਾਰਟੀ ਹਾਈ ਕਮਾਂਡ ਤੇ ਪੰਜਾਬ ਦੇ ਲੀਡਰਾਂ ਦੇ ਖਿਲਾਫ ਜਿਹੜੀ ਬਿਆਨਬਾਜ਼ੀ ਕੀਤੀ ਹੈ, ਕਿਉਂ ਨਾ ਤੁਹਾਨੂੰ ਇਹਦਾ ਜਵਾਬ ਦਿਓ, ਕਿਉਂ ਨਾ ਤੁਹਾਡੇ ਖਿਲਾਫ ਕਾਰਵਾਈ ਕੀਤੀ ਜਾਵੇ। 2022 ਦੀ ਜਾਣ ਦਾ ਇਹ ਕਿਹੜਾ ਰਸਤਾ ਹੈ? ਇਹ ਕਿਸ ਤਰ੍ਹਾਂ ਦਾ ਰਸਤਾ ਹੈ ਜੀ? ਰੰਧਾਵਾ ਜੀ, ਬੀਜੇਪੀ ਦੇ ਜਿੰਨੇ ਤੁਸੀਂ ਨਾਮ ਲਿੱਤੇ ਆ, ਚਾਹੇ ਅਨਿਲ ਜੋਸ਼ੀ ਹੋਣ, ਚਾਹੇ KD ਭੰਡਾਰੀ ਹੋਣ, ਮਦਨ ਮੋਹਨ ਮਿੱਤਲ ਹੋਣ, ਮਾਸਟਰ ਮੋਹਨ ਲਾਲ ਹੋਣ, ਇਹ ਧਰਾਤਲ ਦੇ ਇਹ ਲੀਡਰ ਆ, ਧਰਾਤਲ ਦੀ ਸਿਆਸਤ ਕਰਦੇ ਆ। ਇਹ ਜ਼ਮੀਨ ਦੇ ਉੱਤੇ ਰਹਿ ਕੇ, ਔਰ ਇਹਨਾਂ ਨੂੰ ਪਤਾ ਕਿ ਇਹਨਾਂ ਦਾ ਆਉਣ ਵਾਲਾ ਸਮਾਂ ਵਧੀਆ ਨਹੀਂ ਆ। ਜ਼ਮੀਨ ਤੋਂ ਲੋਕਾਂ ਨੇ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਸਮਰਥਨ ਨਹੀਂ ਮਿਲਣਾ, ਕਿਸੇ ਤਰ੍ਹਾਂ ਦੀ ਵੋਟ ਪਾਉਣੀ ਨਹੀਂ, ਇਹ ਦੁਬਾਰਾ MLA ਬਣ ਸਕਦੇ ਨਹੀਂ, ਇਹ ਕਲੀਅਰ ਆ। ਦੂਸਰੀ ਗੱਲ, ਉਹਨਾਂ ਨੂੰ ਇਹ ਵੀ ਪਤਾ ਕਿ ਜਿਹੜਾ ਅਕਾਲੀ ਦਲ ਆ, ਸ਼੍ਰੋਮਣੀ ਅਕਾਲੀ ਦਲ, ਉਹ ਹਰ ਤਰ੍ਹਾਂ ਦੇ ਰਿਸੋਰਸਿਸ ਲਾ ਕੇ ਇਹਨਾਂ ਨੂੰ ਜਿਤਾਉਂਦਾ ਰਿਹਾ। ਕਿਉਂਕਿ ਬੀਜੇਪੀ ਦੇ ਲੀਡਰਸ ਬਾਰੇ ਅਕਸਰ ਕਿਹਾ ਜਾਂਦਾ ਕਿ ਉਹਨਾਂ ਨੂੰ ਆਪਣੇ ਪਾਰਟੀ ਵੱਲੋਂ ਵੀ ਉਸ ਤਰ੍ਹਾਂ ਦੇ ਫੰਡ ਨਹੀਂ ਮਿਲਦੇ। ਜਿਹੜੀ ਸੈਂਟਰਲ ਲੀਡਰਸ਼ਿਪ ਆ, ਜ਼ਿਆਦਾਤਰ ਫੰਡਿੰਗ ਉਹਨਾਂ ਦੀ ਲੋਕਲ ਲੀਡਰਸ਼ਿਪ ਤੋਂ ਹੀ ਹੁੰਦੀ ਆ। ਸੋ ਇਹ ਸਾਰਾ ਕੁਝ ਦੇਖ ਕੇ, ਔਰ ਦੂਸਰੇ ਪਾਸੇ ਕਿਸਾਨਾਂ ਦੇ ਅੰਦੋਲਨ ਨੇ ਇਹਨਾਂ ਨੂੰ ਬੁਰੀ ਤਰ੍ਹਾਂ ਹਤਾਸ਼ ਕਰਤਾ, ਔਰ ਉਹ ਜਿਹੜਾ ਵੈਸਟ ਬੰਗਾਲ ਦੇ ਜਿਹੜੇ ਆਏ ਆ ਨਤੀਜੇ, ਉਸ ਨੇ ਇਹਨਾਂ ਨੂੰ ਹੋਰ ਵੀ ਮਾਯੂਸ ਕਰਤਾ। ਮੇਰਾ ਕਹਿਣ ਦਾ ਮਤਲਬ ਆ ਕਿ ਇਹ ਜੋ ਅੱਜ ਅਨਿਲ ਜੋਸ਼ੀ ਹੋਣੀ ਜਾਂ ਜਿਹੜੇ ਤਮਾਮ ਬੀਜੇਪੀ ਦੇ ਲੀਡਰਸ ਕਰ ਰਹੇ ਆ, ਉਹਨਾਂ ਨੂੰ ਪਤਾ ਕਿ ਸਾਡਾ ਜਿਹੜਾ ਭਵਿੱਖ ਆ ਉਹ ਬਹੁਤ ਹਨੇਰੇ 'ਚ ਆ। ਇਸ ਕਰਕੇ ਕਿਸੇ ਨਾ ਕਿਸੇ ਦਾ ਹੱਥ ਫੜ ਲਓ, ਆਪਣਾ ਜਿਹੜਾ ਰਾਜਨੀਤਿਕ ਭਵਿੱਖ ਆ, ਸਿਆਸੀ ਭਵਿੱਖ ਆ, ਉਹਨੂੰ ਬਚਾ ਲਓ। ਇਸੇ ਕਰਕੇ 2 ਦਿਨ ਦਾ ਨੋਟਿਸ ਤਾਂ ਇਹਨਾਂ ਨੇ ਅਨਿਲ ਜੋਸ਼ੀ ਨੂੰ ਦੇਤਾ, ਪਰ ਉਹਨਾਂ ਨੇ ਮੰਨਣਾ ਨਹੀਂ ਆ। ਦੇਖੋ, ਜਿਹੜੇ ਬੰਦਿਆਂ ਦੇ ਖਿਲਾਫ ਇਹਨਾਂ ਨੇ ਗੱਲ ਕਿਹਾ ਕਿ ਇਹਨਾਂ ਨੇ, ਅਨਿਲ ਜੋਸ਼ੀ ਨੇ, ਕਿ ਦੇਖੋ ਜੀ, ਹਰਜੀਤ ਸਿੰਘ ਗਰੇਵਾਲ ਹੋਏ ਜਾਂ ਸੁਰਜੀਤ ਜੈਨੀ ਹੋਏ ਜਾਂ ਈਵਨ ਕਿ ਤੁਸੀਂ ਵਿਜੇ ਕੁਮਾਰ ਸਾਂਪਲਾ ਹੋਏ,
ਇਹਨਾਂ ਨੂੰ ਕਿਸਾਨਾਂ ਦੇ ਵਿਰੁੱਧ ਮਾੜੀਆਂ ਟਿੱਪਣੀਆਂ ਨਹੀਂ ਕਰਨੀਆਂ ਚਾਹੀਦੀਆਂ, ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਕੋਈ ਉਹਨਾਂ ਨੇ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ। ਤੇ ਜੇ ਕੋਈ ਮਾੜੀਆਂ ਟਿੱਪਣੀਆਂ ਤੋਂ ਇਹਨਾਂ ਨੂੰ ਗੁਰੇਜ਼ ਕਰਨ ਲਈ ਕਹਿੰਦਾ ਜਾਂ ਉਹਨਾਂ ਨੂੰ ਵੰਗਾਰਦਾ ਜਾਂ ਕਿਸੇ ਤਰ੍ਹਾਂ ਦਾ ਕਹਿੰਦਾ ਪਰਹੇਜ਼ ਕਰੋ, ਇਹ 'ਚ ਕੋਈ ਮਾੜੀ ਗੱਲ ਨਹੀਂ ਹੈ। ਲੇਕਿਨ ਮੈਸੇਜ ਬੀਜੇਪੀ ਇਹ ਦੇਣਾ ਚਾਹੁੰਦੀ ਹੈ ਕਿ ਜੇ ਤੁਸੀਂ ਕਿਸਾਨਾਂ ਦੀ ਹਮਾਇਤ ਕਰੋਗੇ ਜਾਂ ਉਹਨਾਂ ਦੇ ਹੱਕ ਦੀ ਗੱਲ ਕਰੋਗੇ ਤੇ ਆਪਣੇ ਪਾਰਟੀ ਵਾਲਿਆਂ ਦਾ ਵਿਰੋਧ ਕਰੋਗੇ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਮੈਨੂੰ ਲੱਗਦਾ ਪੰਜਾਬ ਦੇ ਲੋਕੀ ਇਸ ਚੀਜ਼ ਨੂੰ ਵੀ ਬਰਦਾਸ਼ਤ ਨਹੀਂ ਕਰਨਗੇ। ਮਨਪ੍ਰੀਤ ਜੀ, ਜਿਹੜੀ ਟਿੱਪਣੀ ਅਨਿਲ ਜੋਸ਼ੀ ਨੇ ਕੀਤੀ ਹੈ ਉਹ ਵੀ ਦਿਲਚਸਪ ਆ। ਅਨਿਲ ਜੋਸ਼ੀ ਜਿਹੜਾ ਰਾਹ ਚੁਣ ਰਹੇ ਸੀ, ਉਹ ਰਾਹ ਸੀਗਾ ਪਾਰਟੀ ਤੋਂ ਵੱਖਰੀ ਲਾਈਨ ਦਾ, ਤੇ ਸ਼ਾਇਦ ਉਹਨਾਂ ਨੇ ਆਪਣਾ ਪਹਿਲਾਂ ਸਿਆਸੀ ਕੈਰੀਅਰ ਜਮਾ ਘਟਾਓ ਕਰਕੇ ਰਾਤ ਤੋਲ ਲਿਆ ਹੋਊਗਾ। ਲੇਕਿਨ ਜਿਹੜੀ ਅੱਜ ਟਿੱਪਣੀ ਉਹਨਾਂ ਦੀ ਹੈ ਕਿ ਮੇਰਾ ਸਿਆਸੀ ਕੈਰੀਅਰ ਸਾਜ਼ਿਸ਼ ਤਹਿਤ ਖਤਮ ਕੀਤਾ ਜਾ ਰਿਹਾ, ਇਹ ਬਿਲਕੁਲ ਨਰੋਲ ਸਿਆਸੀ ਹੈ। ਸਿਆਸਤ ਦੇ ਕਈ ਰੰਗ ਸਰੂਪ ਹੁੰਦੇ ਆ, ਰੰਗ ਸਰੂਪ ਕਾਹਦੇ, ਮੈਂ ਤਾਂ ਕਰੂਪਤਾ ਹੀ ਵੇਖੀ ਜਾਂਦਾ। ਜੇ ਹੁਣ ਇੱਕ ਕਦਮ ਅੱਗੇ ਜਾਈਏ ਤਾਂ ਇਹ ਕਰੂਪਤਾ ਮੁਹਾਲੀ ਦੇ ਵਿੱਚ ਲਾਠੀ ਚਾਰਜ ਦੇ ਰੂਪ ਚ ਵੇਖੀ ਆ। ਪਿਛਲੀ ਵਾਰੀ 10 ਸਾਲ ਇੰਚ ਚੱਲਦਾ ਰਿਹਾ, ਉਹ ਸੁਰਖੀਆਂ, ਉਹ ਕਲਿੱਪਿੰਗਸ, ਉਹ ਸੋਸ਼ਲ ਮੀਡੀਆ ਤੇ ਚੱਲਦੀਆਂ ਰਹੀਆਂ, ਚੁੰਨੀਆਂ ਉੱਡਦੀਆਂ ਰਹੀਆਂ, ਪੱਗਾਂ ਖਿਲਰਦੀਆਂ ਰਹੀਆਂ, ਕੇਸ ਜਿਹੜੇ ਆ ਉਹ ਮਿੱਟੀ ਹੁੰਦੇ ਰਹੇ। ਹੁਣ ਫਿਰ ਉਹੀ ਵਰਤਾਰੇ ਨੇ ਟੀਚਰ ਜਿਨ੍ਹਾਂ ਨੇ ਅੱਗੇ ਜਾ ਕੇ ਸਮਾਜ ਨੂੰ ਦਿਸ਼ਾ ਦੇਣੀ ਹੈ। ਮੈਂ ਕੋਈ ਭਾਸ਼ਣ ਨਹੀਂ ਕਰਦਾ, ਪਰ ਮੈਨੂੰ ਇਹ ਗੱਲ ਪਤਾ ਹੈ ਕਿ ਜਿਹੜੀ ਬਾਲ ਮਾਨਸਿਕਤਾ ਉਹਦੇ ਚ ਜੋ ਟੀਚਰ ਪਾਉਂਦਾ ਹੈ ਉਹੀ ਅੱਗੇ ਜਾ ਕੇ ਸਿੰਜਿਆ ਜਾਂਦਾ ਤੇ ਉਹੀ ਵਿਸਥਾਰ ਲੈਂਦਾ ਹੈ। ਤੇ ਜਿਨ੍ਹਾਂ ਦੇ ਸੰਘਰਸ਼ੀ ਇੰਨੇ ਪੀੜੇ, ਜਿਨ੍ਹਾਂ ਦੇ ਸੰਘਰਸ਼ੀ ਇੰਨੇ ਔਖੇ ਹੋ ਗਏ, ਉਹਨਾਂ ਨੇ ਪੜਾਉਣਾ ਕੀ ਆ। ਪਹਿਲਾਂ ਹੀ ਮਾਨਸਿਕ ਤੌਰ ਤੇ ਬੰਦਾ ਮਰ ਜਾਂਦਾ ਹੈ ਕਿ ਇਹੋ ਜਿਹੇ ਸਿਸਟਮ ਚ ਰਹਿਣ ਨਾਲੋਂ ਤੇ ਚੰਗਾ ਹੈ ਕਿ ਕਿਤੇ ਬਾਹਰ ਦੌੜ ਜਾਈਏ। ਸੋ ਮੈਨੂੰ ਮਨਪ੍ਰੀਤ ਜੀ ਤਕਲੀਫ ਦੇ ਲੱਗਦੇ ਆ ਇਹ ਵਰਤਾਰੇ, ਇਹ ਫੋਟੋਆਂ, ਇਹ ਵੀਡੀਓਜ਼। ਇੰਜ ਹੋਣਾ ਨਹੀਂ ਚਾਹੀਦਾ। ਆਪਾਂ ਜਿਸ ਸਮਾਜ ਚ ਰਹਿ ਰਹੇ ਹਾਂ ਉਹਦਾ ਇਹ ਚਿਹਰਾ ਨਾ ਹੋਵੇ। ਜੀ ਰੰਧਾਵਾ ਜੀ, ਬਿਲਕੁਲ ਤੁਸੀਂ ਠੀਕ ਹੈ। ਅਸਲ 'ਚ ਕੀ ਆ, ਸਾਡੀ ਇੱਥੋਂ ਦੀ ਪੁਲਿਸ ਹੋਵੇ ਜਾਂ ਕਿਸੇ ਤਰ੍ਹਾਂ ਦਾ ਐਡਮਿਨਿਸਟ੍ਰੇਸ਼ਨ ਹੋਵੇ, ਇੱਕ ਜਿਹੜਾ ਕਹਿੰਦੇ ਆ ਕਿ ਕਲੋਨੀਅਲ ਮਾਈਂਡਸੈਟ ਹਜੇ ਤੱਕ ਇਹਨਾਂ ਦਾ ਗਿਆ ਨਹੀਂ। ਬਹੁਤ ਵਾਰੀ ਇਹ ਗੱਲ ਚੱਲੀ ਹੈ ਕਿ ਜਿਹੜਾ ਪੁਲਿਸ ਦਾ ਵਰਤਾਰਾ, ਜੋ ਉਹਨਾਂ ਦਾ ਵਿਵਹਾਰ ਆ, ਉਸ ਦੇ ਵਿੱਚ ਬਹੁਤ ਭਾਰੀ ਬਦਲਾਅ ਆਉਣ ਦੀ ਲੋੜ ਆ। ਲੇਕਿਨ ਤੁਸੀਂ ਦੇਖੋ, ਇਹੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਿਹੜੀ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰਦੇ ਹੋਏ ਦਿਸਣਾ ਚਾਹੁੰਦੀ ਆ, ਪਰ ਚਾਹੁੰਦੀ ਆ ਕਿ ਅਸੀਂ ਉਹਨਾਂ ਦੇ ਨਾਲ ਖੜੇ ਆ। ਚਾਹੇ ਉਹਨਾਂ ਨੇ ਟੋਲ ਪਲਾਜ਼ਾ ਰੋਕੇ ਹੋਣ, ਚਾਹੇ ਉਹਨਾਂ ਨੇ ਹੋਰ ਕਈ ਥਾਵਾਂ ਤੇ ਧਰਨੇ ਪੱਕੇ ਲਾਏ ਹੋਣ, ਕਦੇ ਨਹੀਂ ਕੋਈ ਇਸ ਤਰ੍ਹਾਂ ਦੀ ਗੱਲ ਹੋਈ। ਲੇਕਿਨ ਜਦੋਂ ਇਹ ਅਧਿਆਪਕ ਜਿਹੜੇ ਕਿ ਸਿਰਫ ਚਾਹੁੰਦੇ ਆ ਕਿ ਸਾਨੂੰ ਮਿਨੀਮਮ ਕੋਈ ਕਿਸੇ ਤਰ੍ਹਾਂ ਦੀ ਕੋਈ ਪੇਮੈਂਟ ਮਿਲ ਜੇ ਜਾਂ ਸੈਲਰੀ ਮਿਲ ਜੇ ਜਾਂ ਸਾਡੇ ਰੋਜ਼ਗਾਰ ਲੱਗ ਜਾਣ, ਔਰ ਇਕੱਲੇ ਅਧਿਆਪਕ ਨਹੀਂ, ਡਾਕਟਰ ਦੇਖੋ, ਤਮਾਮ ਤਰ੍ਹਾਂ ਦੇ, ਤੁਸੀਂ ਉੱਥੇ ਮੋਤੀ ਮਹਿਲ ਪਹੁੰਚ ਕੇ ਦੇਖੋ, ਲੋਕਾਂ ਨੇ ਆਪਣੇ ਧਰਨੇ ਪ੍ਰਦਰਸ਼ਨ ਕਰ ਰਿਹਾ ਇਸ ਆਸ ਦੇ ਵਿੱਚ ਕਿ ਸ਼ਾਇਦ ਜਾਂਦੇ ਹੋਏ ਸਰਕਾਰ ਸਾਡੀ ਵੀ ਫਰਿਆਦ ਸੁਣ ਲੇ, ਸਾਡੀ ਵੀ ਗੱਲ ਸੁਣ ਲੇ। ਪਰ ਜਿਸ ਤਰ੍ਹਾਂ ਉਹਨਾਂ ਨਾਲ ਵਰਤਾਅ ਕੀਤਾ ਜਾਂਦਾ, ਜਿਸ ਤਰ੍ਹਾਂ ਉਹਨਾਂ ਦੇ ਲਾਠੀਆਂ ਮਾਰ ਕੇ, ਡਾਂਗਾ ਮਾਰ ਕੇ ਉਹਨਾਂ ਨੂੰ ਭਜਾਇਆ ਜਾਂਦਾ, ਮੈਨੂੰ ਲੱਗਦਾ ਇਸ ਤੋਂ ਮਾੜੀ ਮਿਸਾਲ ਕਦੇ ਨਹੀਂ ਹੋ ਸਕਦੀ। ਮੈਨੂੰ ਲੱਗਦਾ ਨਹੀਂ ਕਿ ਇਹ ਅੱਜ ਤੱਕ ਹੋ ਗਏ, ਇੰਨੇ ਵਰੇ ਹੋਏ ਇਸ ਮੁਲਕ ਨੂੰ ਆਜ਼ਾਦ ਹੋਇਆ ਨੂੰ ਹੋ ਗਏ, ਕਿ ਇਹ ਪੁਲਿਸ ਨੂੰ, ਔਰ ਇੱਥੋਂ ਦੀ ਪੁਲਿਸ ਨਹੀਂ ਇਕੱਲੀ, ਤੁਸੀਂ ਤਮਾਮ ਪੂਰੇ ਭਾਰਤ ਦੀ ਪੁਲਿਸ ਦੇਖ ਲਓ, ਇਹਨਾਂ ਦਾ ਇਹੀ ਵਰਤਾਅ। ਇਹਨਾਂ ਨੂੰ ਆਉਂਦਾ ਹੀ ਨਹੀਂ ਕਿ ਅਸੀਂ ਜਿਹੜੇ ਇਹ ਲੋਕਾਂ ਨਾਲ, ਇਹ ਨਾਗਰਿਕ ਆ ਇੱਥੋਂ ਦੇ, ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਵੀ ਡੀਲ ਕਰ ਸਕਦੇ। ਹੁਣ ਤੁਸੀਂ ਕਿਸਾਨਾਂ ਨਾਲ ਜਦੋਂ ਗੱਲ ਕਰਦੇ ਹੋ ਜਾਂ ਉਹਨਾਂ ਨਾਲ ਡੀਲ ਕਰਦੇ ਹੋ, ਉਹਨਾਂ ਨਾਲ ਵੀ ਤਾਂ ਤੁਸੀਂ ਚੰਗੀ ਤਰ੍ਹਾਂ ਵਰਤਦੇ ਹੀ ਹੋ ਨਾ। ਤੁਹਾਨੂੰ ਪਤਾ ਕਿ ਉਹਨਾਂ ਦੇ ਪਿੱਛੇ ਬਹੁਤ ਵੱਡਾ ਵੋਟ ਬੈਂਕ ਖੜਾ ਇੱਥੇ, ਕਿਉਂਕਿ ਵਿਚਾਰੇ ਥੋੜੇ ਜਿਹੇ ਟੀਚਰ ਆ, ਥੋੜੇ ਅਧਿਆਪਕ ਆ, ਜਾਂ ਥੋੜੇ ਜਿਹੇ ਡਾਕਟਰ ਆ, ਜਾਂ ਜਿਹੜੇ ਬੇਰੁਜ਼ਗਾਰ ਥੋੜੀ ਤਾਦਾਦ ਚ ਆ, ਇਸ ਕਰਕੇ ਤੁਸੀਂ ਉਹਨਾਂ ਨੂੰ ਡਾਂਗਾ ਮਾਰ ਕੇ ਭਜਾਉਂਦੇ ਹੋ। ਸੋ ਮੈਨੂੰ ਲੱਗਦਾ ਬਹੁਤ ਹੀ ਮਾੜੀ ਗੱਲ ਆ। ਔਰ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਪੁਲਿਸ ਦੇ ਵਿੱਚ ਕਿਸੇ ਤਰ੍ਹਾਂ ਦਾ ਜਿਹੜਾ ਉਹ ਚੇਂਜ ਨਹੀਂ ਆ ਰਹੀ, ਕੋਈ ਉਹਨਾਂ 'ਚ ਤਬਦੀਲੀ ਨਹੀਂ ਆ ਰਹੀ, ਬਦਲਾਅ ਨਹੀਂ ਆ ਰਿਹਾ। ਸੋ ਲੋੜ ਆ ਇਸ ਦੀ ਕਿ ਇਹਨਾਂ ਨੂੰ ਬਦਲਾਅ ਲਿਆ ਕੇ ਆਪਣੇ ਨਾਗਰਿਕਾਂ ਨੂੰ ਵਧੀਆ ਟਰੀਟ ਕਰਨ। ਜੀ ਬਿਲਕੁਲ ਮਨਪ੍ਰੀਤ ਜੀ, ਸੱਚਮੁੱਚ ਜਦੋਂ ਅਸੀਂ 2 ਜਾਂ 4 ਜਾਂ 6 ਘਟਨਾਵਾਂ ਨੂੰ ਵੱਖ-ਵੱਖ ਐਂਗਲ ਤੋਂ ਦੇਖਦੇ ਹਾਂ ਤੇ ਪੁਲਿਸ ਦਾ ਵੀ ਇਸੇ ਤਰ੍ਹਾਂ ਦਾ ਐਟੀਟਿਊਡ, ਇਹਦਾ ਮਤਲਬ ਕਿ ਜੇਕਰ ਤੁਸੀਂ ਇੱਕੋ ਤਰ੍ਹਾਂ ਦੇ ਬਾਗੀ ਅੰਦੋਲਨਾਂ ਨੂੰ ਨਜਿੱਠਣ ਲਈ ਵੱਖ-ਵੱਖ ਫਾਰਮੂਲੇ ਲਾਉਣੇ ਆ, ਸਾਫ਼ ਸੰਕੇਤ ਹੈ ਕਿ ਪਿੱਛੇ ਬੈਠਾ ਪਾਵਰ 'ਚ ਸਭ ਤੋਂ ਸਿਖਰਲਾ ਬੰਦਾ ਜਾਂ ਉਹਦੀ ਟੀਮ ਉਹਨੂੰ ਹੈਂਡਲ ਕਰ ਰਹੀ ਹੁੰਦੀ ਆ। ਅੱਜ ਵੀ ਜੇਕਰ ਅਸੀਂ ਉਹ ਕੇਸ ਦੇਖਦੇ ਹਾਂ ਬੇਅਦਬੀ ਮਾਮਲਿਆਂ ਤੋਂ ਬਾਅਦ ਗੋਲੀकांड ਜਿਹੜਾ ਕੋਟਕਪੂਰੇ 'ਚ ਹੋਇਆ, ਤਾਂ ਫਿਰ ਸਾਫ਼ ਹੀ ਸੰਕੇਤ ਹੈ ਕਿ ਕੋਈ ਨਾ ਕੋਈ ਸਿਆਸੀ ਬੌਸ ਇੱਥੋਂ ਡਾਇਰੈਕਸ਼ਨ ਦੇ ਰਹੇ ਹੁੰਦੇ ਆ ਕਿਸੇ ਨਾ ਕਿਸੇ ਰੂਪ 'ਚ। ਅਸੀਂ ਕਿਸੇ ਨੂੰ ਦੋਸ਼ੀ ਨਹੀਂ ਕਹਿੰਦੇ, ਲੇਕਿਨ ਜਿਸ ਤਰੀਕੇ ਨਾਲ ਪੁਲਿਸ ਦਾ ਐਟੀਟਿਊਡ, ਜਿਵੇਂ ਮਨਪ੍ਰੀਤ ਨੇ ਕਿਹਾ, ਜੇ ਕਿਸਾਨਾਂ ਨੂੰ ਤੁਸੀਂ ਪਿਆਰ ਨਾਲ ਡੀਲ ਕਰਦੇ ਹੋ, ਅੱਗੋਂ ਡਾਂਗ ਵਰਨੀ ਹੈ, ਦੂਜੇ ਬੰਨੇ ਤੁਸੀਂ ਉਹਨਾਂ ਘੱਟ ਗਿਣਤੀਆਂ ਨੂੰ ਫੜਦੇ ਹੋ ਤੇ ਉਹਨਾਂ ਦੇ ਖਿਲਾਫ ਡਾਂਗ ਭਰਾ ਦਿੰਦੇ ਹੋ, ਸਿਰ ਪਾੜ ਦਿੰਦੇ ਹੋ, ਇਹਦਾ ਮਤਲਬ ਪੁਲਿਸ ਆਪ ਕੁਝ ਨਹੀਂ ਕਰ ਰਹੀ ਹੁੰਦੀ, ਪਿੱਛੇ ਬੈਠੇ ਲੋਕ ਡਾਇਰੈਕਸ਼ਨ ਦੇ ਰਹੇ ਹੁੰਦੇ ਆ। ਔਰ ਕੁਦਰਤੀ ਤੌਰ ਤੇ ਉਹ ਲੋਕ ਹੁੰਦੇ ਆ
ਜਿਹੜੇ ਸਿਆਸਤ 'ਚ ਸਾਲਾਂ ਤੋਂ ਬੈਠੇ ਆ, ਉਹਨਾਂ ਦਾ ਜੇ ਮਾਈਂਡ ਸੈਟ ਇਵੇਂ ਦਾ ਹੈ, ਉਹਨਾਂ ਕੋਲੋਂ ਤਵੱਕੋਂ ਕੀ ਕਰ ਸਕਦੇ ਆ ਕਿ ਉਹ ਅੱਗੇ ਜਾ ਕੇ ਸਾਡਾ ਭਲਾ ਕਰਨਗੇ। ਉਹ ਬੱਚੇ ਜਿਹੜੇ ਪੁਲਿਸ ਵਾਲਿਆਂ ਦੇ ਵੀ ਆ, ਪੋਲੀਟੀਸ਼ੀਅਨਸ ਤੇ ਵੀ ਆ, ਭਾਵੇਂ ਛੋਟੇ ਲੈਵਲ ਦੇ ਪੋਲੀਟੀਸ਼ੀਅਨ ਹੈ, ਸਰਪੰਚ ਉਹਨਾਂ ਦੇ ਬੱਚੇ, ਉਹ ਸਾਰੇ ਡਾਂਗਾ ਖਾਣ ਲਈ ਇੱਕੋ ਮੰਚ ਤੇ ਨੇ, ਇਕੱਠੇ ਹੋ ਜਾਂਦੇ ਆ। ਸੋ ਇਹ ਸਮਾਜ ਹੀ ਕਰੂਪ ਹੁੰਦਾ ਜਾ ਰਿਹਾ। ਮਨਪ੍ਰੀਤ ਜੀ, ਮੈਨੂੰ ਲੱਗਦਾ ਭਾਸ਼ਣ ਜ਼ਿਆਦਾ ਹੋ ਗਿਆ, ਮੈਂ ਮਾਫੀ ਮੰਗ ਲੈਣਾ। ਸਾਨੂੰ ਵੀ ਸਿਰਫ ਗੱਲਾਂ ਤੱਕ ਸੀਮਤ ਰੱਖ ਕੇ ਦੇਖਿਆ ਜਾਂਦਾ ਹੈ ਮੀਡੀਆ ਨੂੰ। ਅਸੀਂ ਵੀ ਆਪਣੇ ਤੌਰ ਤਰੀਕੇ ਨਾਲ ਅੱਗੇ ਵਧਦੇ ਹਾਂ, ਪਰ ਕਰ ਵੀ ਕੀ ਸਕਦੇ ਇਸ ਤੋਂ ਵੱਧ? ਜੇ ਬੋਲਾਂਗੇ ਵੀ ਨਹੀਂ ਤਾਂ ਫਿਰ ਹੋਰ ਕੀ ਰਹੂਗਾ? ਘੱਟੋ ਘੱਟ ਆਪਣੇ ਹਿੱਸੇ ਦਾ ਕੰਮ ਤਾਂ ਕਰਨਾ ਹੀ ਬਣਦਾ। ਬਹੁਤ ਮਿਹਰਬਾਨੀ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।